सत श्री अकाल जी, स्वागत है तुहाडा सारिਆਂ ਦਾ। ਤੁਸੀਂ ਵੇਖ ਰਹੇ ਹੋ ਜੀ पंजाब हरियाणा हिमाचल ਤੇ ਤੁਹਾਡੇ ਨਾਲ मैं अमृता गरखाजा ਨਾਲ ਲੈ ਕੇ ਸਾਡੀ ਖਾਸ ਤੇ ਐਕਸਕਲੂਸਿਵ ਰਿਪੋਰਟ ਇਸ ਦੇ ਵਿੱਚ ਗੱਲ ਕਰਾਂਗੇ ਨਜਾਇਜ਼ ਮਾਈਨਿੰਗ ਦੀ ਤੇ ਉਸ ਨੂੰ ਲੈ ਕੇ ਸਵਾਲਾਂ 'ਚ ਘਿਰੇ ਹੋਏ ਸਿਸਟਮ ਦੀ। पंजाब ਦੇ ਵਿੱਚ ਸ਼ਰੇਆਮ ਨਜਾਇਜ਼ ਮਾਈਨਿੰਗ ਦੀ ਇਹ ਖੇਡ ਜਾਰੀ ਹੈ। ਰੂਪਨਗਰ ਤੇ ਆਨੰਦਪੁਰ ਸਾਹਿਬ ਦੇ ਨੇੜਲੇ ਇਲਾਕਿਆਂ ਦੇ ਵਿੱਚ ਮਾਈਨਿੰਗ ਮਾਫੀਆ ਇਸ ਕਦਰ ਸਰਗਰਮ ਹੈ ਕਿ ਉਹ ਸ਼ਰੇਆਮ ਨਜ਼ਰ ਆਉਂਦਾ ਹੈ। जी पंजाब हरियाणा हिमाचल की ग्राउंड रिपोर्ट दे विच माइनिंग माफिया बेनकाब होया। रूपनगर आनंदपुर साहब बलाचौर दे विच साडी टीम वालों रियलिटी चैक किया गया ते इत्थे पाया गया कि धड़ल्ले दे नाल नाजायज माइनिंग जारी है। साफ है कि सवालों दे विच घिरे हुए इस सिस्टम ते मुड तो जो क्वेश्चन मार्क्स बने हुए ने वो अज भी जारी ने ते आउण वाले समय दे विच की ये जारी रहणगे ਇਹ ਤਾਂ ਸਿਸਟਮ ਦੇ ਵਿੱਚ ਬੈਠੇ ਅਧਿਕਾਰੀ ਹੀ ਦੱਸ ਸਕਦੇ ਨੇ। ਰੂਪਨਗਰ ਨਜਾਇਜ਼ ਮਾਈਨਿੰਗ ਮਾਮਲੇ ਦੇ ਵਿੱਚ ਐਨਜੀਟੀ ਵੱਲੋਂ ਕੀਤੀ ਗਈ ਠੇਕੇਦਾਰਾਂ ਦੇ ਖਿਲਾਫ ਕਾਰਵਾਈ ਤੇ ਐਨਜੀਟੀ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਹੁਕਮ ਦਿੱਤੇ ਗਏ ਕਿ ਠੇਕੇਦਾਰਾਂ ਕੋਲੋਂ 315 ਕਰੋੜ ਰੁਪਏ ਵਸੂਲ ਕੀਤੇ ਜਾਣ। ਰੂਪਨਗਰ ਜ਼ਿਲ੍ਹੇ ਦੇ ਸਵਰਾ ਬਿਹਾਰਾ ਤੇ ਹਰਸਾ ਬੇਲਾ 'ਚ ਇਹ ਮਾਈਨਿੰਗ ਹੋਈ ਸੀ ਤੇ ਇਸ ਤੋਂ ਬਾਅਦ ਐਨਜੀਟੀ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਹੁਕਮ ਦਿੱਤੇ ਗਏ ਸੀ ਕਿ 315 ਕਰੋੜ ਰੁਪਏ ਵਸੂਲੇ ਜਾਣ। ਪਰ ਲਗਾਤਾਰ ਵਿਭਾਗ ਵੱਲੋਂ ਵੀ ਕਈ ਵਾਰ ਅਜਿਹੇ ਮਾਮਲਿਆਂ ਦੇ ਵਿੱਚ ਅਣਗਹਿਲੀ ਸਾਹਮਣੇ ਆਈ ਹੈ, ਲਾਪਰਵਾਹੀ ਸਾਹਮਣੇ ਆਈ ਹੈ ਤੇ ਸ਼ਾਇਦ ਇਹੀ ਕਾਰਨ ਹੈ ਜੋ ਇਹਨਾਂ ਨਜਾਇਜ਼ ਮਾਈਨਿੰਗ ਕਰਨ ਵਾਲੇ ਮੁਲਜ਼ਮਾਂ ਨੂੰ ਹੋਰ ਖੁੱਲ੍ਹ ਦਿੰਦਾ ਹੈ, ਹੋਰ ਵਧਾਵਾ ਦਿੰਦਾ ਹੈ। एक्सक्लूसिव रिपोर्ट जी पंजाब हरियाणा हिमाचल दी तुहानू विखाने एक्सक्लूसिव तस्वीरां ने ग्राउंड जीरो ते पहुंच के किस तरह रियलिटी चेक किया गया। जी मीडिया दी टीम वालों ये तस्वीरां तुसी एक्सक्लूसिवली देख पा रहे हो जी पंजाब हरियाणा हिमाचल ते ये रूपनगर ते आनंदपुर साहब दे इलाके ने जिथे नजायज माइनिंग धड़ल्ले दे नाल चल रही है ते सिस्टम सवालों के घेरे दे विच आ रहा है। सो एक्सक्लूसिव तस्वीरां जी पंजाब हरियाणा हिमाचल तुहानू विखा रहा है। ये तस्वीरां जो इस वेले तुसी अपनी टीवी स्क्रीन ते वेख पा रहे हो ये बयान करदियां ने कि नजायज माइनिंग बेखौफ धड़ल्ले दे नाल चल रही है। सिस्टम नू कोई फर्क शायद नहीं पैंदा पर आले दाले दे जो लोग ने यकीनन वो इस तो काफी प्रभावित ने। कुदरत दे नाल जो छेड़छाड़ हो रही है वो भी किसी तो नहीं लुकी। सो एक्सक्लूसिव तस्वीर इस वेले अपनी टीवी स्क्रीन ते तुसी देख पा रहे हो। सो जी पंजाब हरियाणा हिमाचल एक्सक्लूसिवली रिपोर्ट तुहाडे लई लेके आया है क्योंकि इस सिस्टम ते सवाल ने ਇਹ सवाल ते नाइंसाफी जो लोगों के नाल हो रही है उसते सवाल ने। रिपोर्ट सब तो पहला हुशियारपुर दे गढ़शंकर दी जिथे नजायज माइनिंग का काम धड़ल्ले दे नाल जारी है। जी मीडिया की टीम ने ग्राउंड जीरो ते जाके कैमरे दे विच नजायज माइनिंग दी इन्हां तस्वीरां नूं कैद कीता। तुहानूं दस दईए कि 9 फुट दी माइनिंग दी इजाजत है पर इत्थे 25 तो 30 फुट तक दीयां खड्डां पुट्टियां गईयां ने। नजायज माइनिंग जारी है शरेआम खुलेआम। ਇਹ ਨਜਾਇਜ਼ ਮਾਈਨਿੰਗ ਸਰਕਾਰ ਦੇ ਦਾਅਵਿਆਂ ਨੂੰ ਮੂੰਹ ਚੜਾ ਰਹੀ ਹੈ। ਨਜਾਇਜ਼ ਮਾਈਨਿੰਗ ਦਾ ਗੋਰਖ ਧੰਦਾ ਦਿਨ ਦਿਹਾੜੇ ਵੀ ਚੱਲਦਾ। ਤੁਹਾਨੂੰ ਦੱਸ ਦਈਏ ਇਸ ਵਕਤ ਅਸੀਂ ਗੜਸ਼ੰਕਰ 'ਚ ਮੌਜੂਦ ਹਾਂ ਤੇ ਜਿਸ ਤਰੀਕੇ ਨਾਲ ਆਨੰਦਪੁਰ ਸਾਹਿਬ ਤੇ ਰੋਪੜ 'ਚ ਮਾਈਨਿੰਗ ਚੱਲ ਰਹੀ ਸੀ ਉਸੇ ਤਰੀਕੇ ਨਾਲ ਇੱਥੇ ਵੀ ਮਾਈਨਿੰਗ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜੇ ਮਾਈਨਿੰਗ ਵਿਭਾਗ ਦੀ ਗੱਲ ਕਰੀਏ ਤਾਂ 9 ਫੁੱਟ ਤੱਕ ਦਾ ਖੱਡਾ ਜਿਹੜਾ ਹੈ ਉਹ ਕਿਹਾ ਜਾਂਦਾ ਹੈ ਪਰ ਜਿਹੜੇ ਪਿੰਡ ਵਾਲੇ ਨੇ ਉਹਨਾਂ ਦੇ ਮੁਤਾਬਿਕ ਇੱਥੇ ਅਲਾਉਡ ਹੀ ਨਹੀਂ ਹੈ ਮਾਈਨਿੰਗ। ਪਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਲੀਗਲ ਮਾਈਨਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਟਰੱਕ ਜਿਹੜੇ ਨੇ ਟਿੱਪਰ ਉਹ ਭਰੇ ਜਾ ਰਹੇ ਨੇ। ਇਸ ਤੋਂ ਪਹਿਲੇ ਵੀ ਇੱਕ ਟਿੱਪਰ ਜਿਹੜਾ ਹੈ ਉਹ ਇੱਥੋਂ ਨਿਕਲਿਆ ਸੀ ਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੀ ਮਾਈਨਿੰਗ ਪੂਰਾ ਜਿਹੜਾ ਇਲਾਕਾ ਹੈ ਉਹ ਸਾਰਾ ਖੋਦ ਕੇ ਰੱਖਤਾ ਇਹਨਾਂ ਨੇ। ਤੁਸੀਂ ਆਪ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਵੱਡੇ ਪੈਮਾਨੇ ਤੇ ਮਾਈਨਿੰਗ ਜਿਹੜੀ ਹੈ ਉਹ ਅੰਦਰਲੀ ਇਲਾਕੇ 'ਚ ਚੱਲ ਰਹੀ ਹੈ। ਗੜਸ਼ੰਕਰ ਤੋਂ ਅੱਗੇ ਜਿਹੜੀ ਇੱਕ ਸੜਕ ਪੈਂਦੀ ਹੈ ਹਿਮਾਚਲ ਨੂੰ ਉਸ ਦੇ ਬਿਲਕੁਲ ਵਿਚਕਾਰ ਯਾਨੀ ਅੱਗੇ ਨੰਗਲ ਹੈ ਤੇ ਇਸ ਤੋਂ ਪਹਿਲਾਂ ਗੜਸ਼ੰਕਰ ਦੇ ਇਲਾਕੇ 'ਚ ਇਸ ਤਰੀਕੇ ਦੀ ਮਾਈਨਿੰਗ ਜਿਹੜੀ ਹੈ
ਉਹ ਚੱਲ ਰਹੀ ਹੈ। ਹੁਣ ਦੇਖ ਸਕਦੇ ਹੋ ਤੁਸੀਂ ਜਿਸ ਤਰੀਕੇ ਨਾਲ ਅਸੀਂ ਪਹੁੰਚੇ, ਉਹਨੇ ਮਾਈਨਿੰਗ ਜਿਹੜੀ ਉਹ ਬਾਈਂਗ ਬੰਦ ਕਰਤੀ ਹੈ, ਕ੍ਰੇਨ ਜਿਹੜੀ ਬੰਦ ਕਰਤੀ ਹੈ। ਤੇ ਹੁਣ ਉਹ ਦੇਖੋ ਤੁਸੀਂ ਕਿਸ ਤਰੀਕੇ ਨਾਲ ਡਰਾਈਵਰ ਜਿਹੜਾ ਹੈ ਉਹ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੇ ਹੁਣ ਜਿਸ ਤਰੀਕੇ ਨਾਲ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਹੈ ਮੀਡੀਆ ਪਹੁੰਚ ਗਿਆ, ਹੁਣ ਇਹਨਾਂ ਨੇ ਬੰਦ ਕਰਤਾ ਹੈ। ਪਰ ਫਿਲਹਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਐਕਸਕਲੂਸਿਵ ਤਸਵੀਰਾਂ, ਕਿ ਕਿਸ ਤਰੀਕੇ ਨਾਲ ਘੱਟੋ ਘੱਟ 100 ਮੀਟਰ ਦਾ ਇਲਾਕਾ ਜਿਹੜਾ ਹੈ ਉਹਨਾਂ ਨੇ ਘੱਟੋ ਘੱਟ 25 ਤੋਂ 30 ਫੁੱਟ ਜਿਹੜਾ ਡੂੰਘਾ ਉਹ ਕਰਕੇ ਰੱਖਤਾ ਹੈ। ਤੇ ਕਿਸ ਤਰੀਕੇ ਨਾਲ ਨਾਜਾਇਜ਼ ਤੌਰ ਤੇ ਜਿਹੜੀ ਹੈ ਉਹ ਮਾਈਨਿੰਗ ਕੀਤੀ ਜਾ ਰਹੀ ਹੈ। ਵੱਡੇ ਸਵਾਲ ਆਹੀ ਖੜੇ ਹੁੰਦੇ ਨੇ ਕਿ ਕੀ ਹਜੇ ਤੱਕ ਜਿਹੜੀ ਵੱਡੀ ਮਛਲੀਆਂ ਜਿਹੜਾ ਨੈਕਸਸ ਹੈ ਉਹਨੂੰ ਨਹੀਂ ਫੜਿਆ ਗਿਆ, ਸਿਰਫ ਛੋਟੇ-ਮੋਟੇ ਟਿੱਪਰਾਂ ਨੂੰ ਫੜਿਆ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਸਾਰਾ ਕੁਝ ਜਿਹੜਾ ਹੈ ਉਹ ਬੰਦ ਕਰਤਾ ਹੈ। ਤੇ ਉਸ ਤੋਂ ਬਾਅਦ ਤੁਸੀਂ, ਮੈਂ ਕੈਮਰਾਮੈਨ ਨੂੰ ਕਹੂੰਗਾ ਜ਼ੂਮ ਕਰਕੇ ਜ਼ਰੂਰ ਦਿਖਾਣ ਕਿ ਆਪਣੇ ਜਿਹੜੇ ਓਨਰ ਨੇ, ਆਪਣੇ ਜਿਹੜੇ ਮਾਲਕ ਨੇ, ਉਹਨਾਂ ਨੂੰ ਫੋਨ ਮਿਲਾਇਆ ਜਾ ਰਿਹਾ ਹੈ ਤਾਂ ਕਿ ਹੋਰ ਲੋਕ ਜਿਹੜੇ ਨੇ ਇੱਥੇ ਪਹੁੰਚਣ ਤੇ ਸਾਡੀ ਟੀਮ ਨੂੰ ਰੋਕਣ ਦੀ ਕੋਸ਼ਿਸ਼ ਕਰ ਸਕਣ। ਪਰ ਵੱਡਾ ਸਵਾਲ ਆਹੀ ਹੈ ਕਿ ਹਜੇ ਜਿੱਥੇ ਸਰਕਾਰ ਕਹਿੰਦੀ ਹੈ ਕਿ ਨਾਜਾਇਜ਼ ਮਾਈਨਿੰਗ ਜਿਹੜੀ ਹੈ ਉਹ ਬੰਦ ਹੋ ਰਹੀ ਹੈ, ਉਹ ਖਤਮ ਹੋ ਰਹੀ ਹੈ, ਆ ਤੁਸੀਂ ਦੇਖ ਸਕਦੇ ਹੋ ਸਿਰਫ 3 ਕਿਲੋਮੀਟਰ ਦੇ ਅੰਦਰ ਜਿਹੜਾ ਹੈ ਉਹ ਇਹ ਹਾਲ ਬਣਿਆ ਹੋਇਆ ਕਿ ਇੱਥੇ ਜਿਹੜੀ ਹੈ ਉਹ ਨਾਜਾਇਜ਼ ਮਾਈਨਿੰਗ ਉਹ ਹੋ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਉਹ ਬਾਹਰ ਆ ਗਏ ਨੇ ਹੁਣ ਤੇ ਕੋਸ਼ਿਸ਼ ਕਰ ਰਹੇ ਨੇ ਕਿ ਮਾਈਨਿੰਗ ਜਿਹੜੀ ਹੈ ਉਹ ਨਾ ਦਿਖਾਈ ਜਾਏ ਹੁੰਦੀ ਹੋਈ। ਪਰ ਅਸੀਂ ਤੁਹਾਨੂੰ ਤਸਵੀਰਾਂ ਦਿਖਾਏਗੇ ਕਿਸ ਤਰੀਕੇ ਨਾਲ ਮਾਈਨਿੰਗ ਜਿਹੜੀ ਹੈ ਉਹ ਪਹਿਲਾਂ ਹੋ ਰਹੀ ਸੀ। ਅੱਛਾ, ਮਤਲਬ ਇਲੀਗਲ ਨਹੀਂ ਹੈ, ਇਲੀਗਲ ਨਹੀਂ ਹੈ ਕੋਈ ਇਹਦੇ ਵਿੱਚ ਸਾਰਾ ਪਰਮਿਸ਼ਨ ਲਈਆਂ ਹੋਈਆਂ ਨੇ ਉੱਥੇ। ਅੱਛਾ, ਮਾਈਨਿੰਗ ਡਿਪਾਰਟਮੈਂਟ ਪਰਮਿਸ਼ਨ ਕਿੱਥੇ ਦੀ ਲਈ ਵੀ ਹੈ? ਕਿਉਂਕਿ ਪਿੰਡ ਵਾਲੇ ਕਹਿੰਦੇ ਕਿ ਪਰਮਿਸ਼ਨ ਦੂਰ ਦੀ ਹੈ ਪਰ ਇੱਥੇ ਕਰ ਰਹੇ ਨੇ। ਉਹ ਕਹਿੰਦੇ ਨੇ ਮੈਂ ਇਹਦੇ ਬਾਰੇ ਕੋਈ ਗੱਲ ਨਹੀਂ ਕਰਾਂ। ਫਿਲਹਾਲ ਕ੍ਰਸ਼ਰ ਦੇ ਮਾਲਿਕ ਨੇ ਕਹਿ ਰਹੇ ਨੇ ਮੈਂ ਇਸ ਦੇ ਬਾਰੇ ਕੋਈ ਗੱਲ ਨਹੀਂ ਕਰੂੰਗਾ, ਪਰ ਨਾਲ ਦੇ ਨਾਲ ਕਹਿ ਰਹੇ ਨੇ ਕਿ ਅਸੀਂ ਪਰਮਿਸ਼ਨ ਜਿਹੜੀ ਹੈ ਉਹ ਲਿੱਤੀ ਵੀ ਹੈ। ਇਹ ਇਹਨਾਂ ਦਾ ਕਹਿਣਾ ਹੈ। ਫਿਲਹਾਲ ਜਿਹੜੇ ਮਾਈਨਿੰਗ ਅਫਸਰ ਨੇ ਜਾਂ ਮਾਈਨਿੰਗ ਵਿਭਾਗ ਹੈ ਉਹਨਾਂ ਦਾ ਕੀ ਕਹਿਣਾ ਹੈ ਉਹ ਵੀ ਜਿਹੜੀ ਹੈ ਅਸੀਂ ਗੱਲਬਾਤ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਵਾਕਈ ਮਾਈਨਿੰਗ ਜਿਹੜੀ ਹੈ ਉਹ ਇਲੀਗਲ ਹੈ ਜਾਂ ਫਿਰ ਜਿਹੜਾ ਆਰੋਪ ਇਹ ਲਾ ਰਹੇ ਨੇ ਕਿ ਮਾਈਨਿੰਗ ਜਿਹੜੀ ਉਹ ਲੀਗਲ ਹੈ, ਉਸ ਦਾ ਕੀ ਕਹਿਣਾ ਹੈ। ਕੈਮਰਾਮੈਨ ਅਸ਼ਵਨੀ ਦੇ ਨਾਲ ਬਜ਼ਮ ਵਰਮਾ, ਜ਼ੀ ਮੀਡੀਆ, ਗੜਸ਼ੰਕਰ। ਕ੍ਰੈਸ਼ਰ ਮਾਲਕ ਕਹਿ ਰਹੇ ਨੇ ਕਿ ਉਹਨਾਂ ਕੋਲੇ ਪੂਰੀਆਂ ਇਜਾਜ਼ਤਾਂ ਨੇ, ਪਰ ਗੜਸ਼ੰਕਰ ਦੇ ਲੋਕ ਇਸ ਨਜਾਇਜ਼ ਮਾਈਨਿੰਗ ਤੋਂ ਖਾਸੇ ਪਰੇਸ਼ਾਨ ਨੇ। ਇਥੋਂ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਸਿਆਸੀ ਸਾਜ਼ਿਸ਼ ਤਹਿਤ ਇੱਥੇ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਨਜਾਇਜ਼ ਮਾਈਨਿੰਗ ਦੀ ਕਹਾਣੀ ਕੀ ਹੈ, ਲੋਕਾਂ ਦੀ ਜ਼ੁਬਾਨੀ ਸੁਣਦੇ ਹਾਂ। ਕੁਝ ਹੀ ਸਮਾਂ ਪਹਿਲਾਂ ਨਾਜਾਇਜ਼ ਮਾਈਨਿੰਗ ਹੋ ਰਹੀ ਸੀ, ਉਸ ਤੋਂ ਬਾਅਦ ਜਿਹੜੇ ਲੋਕ ਇਕੱਠੇ ਹੋ ਗਏ, ਮਾਈਨਿੰਗ ਬੰਦ ਹੋ ਗਈ। ਪਰ ਪਿੰਡ ਵਾਲਿਆਂ ਦਾ ਕੀ ਕਹਿਣਾ, ਕਿਉਂਕਿ ਪਿੰਡ ਵਾਲਿਆਂ ਨੇ ਆਰੋਪ ਲਾਏ ਸੀ ਕਿ ਇੱਥੇ ਜਿਹੜੀ ਨਾਜਾਇਜ਼ ਮਾਈਨਿੰਗ ਹੁੰਦੀ ਹੈ। ਜੇ ਤੁਹਾਡੇ ਨਾਲ ਗੱਲ ਕਰ ਲਈਏ ਅਸੀਂ, ਨਾਜਾਇਜ਼ ਮਾਈਨਿੰਗ ਹੁੰਦੀ ਹੈ ਕਿਉਂਕਿ ਉਹ ਜਿਹੜੇ ਮਾਲਕ ਨੇ ਉਹ ਤਾਂ ਕਹਿ ਰਹੇ ਨੇ ਸਾਡੇ ਕੋਲ ਜਿਹੜੇ ਪੂਰੇ ਲਾਇਸੈਂਸ ਹੈਗਾ, ਸਾਰਾ ਕੁਝ ਹੈਗਾ। ਇਹ ਜਿਹੜੀ ਡਿਸਟ੍ਰਿਕਟ ਨਵਾਂ ਸ਼ਹਿਰ ਦੇ ਸਬ ਡਿਵੀਜ਼ਨ ਬਲਾਚੌਰ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਕੋਈ ਡਿਪਾਰਟਮੈਂਟ ਵੱਲੋਂ ਮਾਈਨਿੰਗ ਦੀ ਕੋਈ ਮਨਜ਼ੂਰੀ ਨਹੀਂ ਹੈ। ਲੇਕਿਨ ਫਿਰ ਵੀ ਇਹ ਜਿਹੜੇ ਦੋਵੇਂ ਕ੍ਰੈਸ਼ਰ ਹੈ, ਭਾਵੇਂ ਉਹ ਖਾਲਸਾ ਕ੍ਰੈਸ਼ਰ ਕੁਲਪੁਰ ਨਵਾਂਗਰਾਂ ਹੋਵੇ, ਭਾਵੇਂ ਆ ਸਿੱਧੀ ਵਿਨਾਇਕ ਜਿਹੜਾ ਕ੍ਰੈਸ਼ਰ ਚਾਂਦਪੁਰ ਰੁੜਕੀ ਦੇ ਵਿੱਚ ਹੈ, ਇਹ ਕ੍ਰੈਸ਼ਰ ਨਜਾਇਜ਼ ਤੌਰ ਤੇ ਲਗਾਤਾਰ ਰਾਜਨੀਤਿਕ ਥਾਪੜੇ ਦੇ ਨਾਲ ਜਿਹੜਾ ਹੈ ਉਹ ਲਗਾਤਾਰ ਨਜਾਇਜ਼ ਮਾਈਨਿੰਗ ਕਰਕੇ 40-40 ਫੁੱਟ ਤੱਕ ਇਹਨਾਂ ਨੇ ਧਰਤੀ ਪੱਟ ਕੇ, ਅਸੀਂ ਦੇਖ ਰਹੇ ਹਾਂ ਕਿ ਕਈ ਫੁੱਟ ਤੱਕ ਜਿਹੜੀ ਹੈ 25 ਤੋਂ 30 ਫੁੱਟ ਹੀ ਕਰਤੀ ਹੈ ਇਹਨਾਂ ਨੇ ਮਾਈਨਿੰਗ, ਅਸੀਂ ਦੇਖ ਰਹੇ ਹਾਂ। ਤੇ ਤੁਸੀਂ ਕੀ ਕਹਿਣਾ ਚਾਹੋਗੇ? ਇਹਨਾਂ ਦੀ ਗੱਲ ਤੋਂ ਸਹਿਮਤ ਹੋ ਕਿ ਨਾਜਾਇਜ਼ ਮਾਈਨਿੰਗ ਹੋ ਰਹੀ ਹੈ? ਹਾਂਜੀ, ਬਿਲਕੁਲ ਇਹਨਾਂ ਦੀ ਗੱਲ ਨਾਲ ਰੌੜੀ ਸਾਹਿਬ ਦੀ ਨਾਲ ਮੈਂ ਸਹਿਮਤ ਹਾਂ। ਮੈਂ ਵੈਸੇ ਕੰਢੀ ਸੰਘਰਸ਼ ਕਮੇਟੀ ਦਾ ਪ੍ਰਧਾਨ ਆ। ਇਹ ਮੁੱਦਿਆਂ ਨੂੰ ਅਸੀਂ ਲੰਬੇ ਸਮੇਂ ਤੋਂ ਚੱਕ ਰਹੇ ਹਾਂ। 2 ਸਾਲ ਤੋਂ ਆਪਾਂ ਜਿਹੜਾ ਇਹਨਾਂ ਮੁੱਦਿਆਂ ਦੇ ਪਿੱਛੇ ਲੱਗੇ ਹਾਂ, ਪਰ ਇਹ ਜਿਹੜੇ ਰਾਜਨੀਤਿਕ ਥਾਪੜੇ ਦੇ ਨਾਲ ਇਹ ਕੰਮ ਚੱਲ ਰਹੇ ਨੇ। ਔਰ ਜਿਹੜੇ ਸਾਡਾ ਏਰੀਆ ਕੰਢੀ ਏਰੀਆ ਆ, ਇਹ ਸਾਡੇ ਜਿਹੜੇ ਲੋਕ ਆ ਬਹੁਤ ਹੀ ਗਰੀਬ ਲੋਕ ਆ, ਇਹਨਾਂ ਨੂੰ ਦਬਾ ਕੇ ਧੱਕਾਸ਼ਾਹੀ ਕਰਕੇ ਇਹ ਕੰਮ ਕੀਤਾ ਜਾਂਦਾ ਹੈ। ਔਰ 2 ਸਾਲ ਤੋਂ ਇੱਕ ਖਾਲਸਾ ਕ੍ਰੈਸ਼ਰ ਆ ਇੱਥੋਂ 2 ਕਿਲੋਮੀਟਰ ਦੀ ਰੇਂਜ 'ਚ ਕੁੱਲ ਪਰ ਉਹ ਬੰਦ ਸੀ। 2 ਸਾਲ ਤੋਂ ਅਸੀਂ ਬੰਦ ਕਰਾਇਆ, ਲੋਕਾਂ ਨੇ ਸੰਘਰਸ਼ ਕਰਕੇ ਪਰਚੇ ਹੋਏ ਸਾਡੇ ਤੇ। ਇਸ ਕ੍ਰੈਸ਼ਰ ਦੇ ਬਾਰੇ ਕੀ ਕਹੀਏ, ਕਿਉਂਕਿ ਜਦ ਅਸੀਂ ਆਏ ਚੱਲ ਰਿਹਾ ਸੀ, ਫਿਰ ਬੰਦ ਕਿਉਂ ਹੋਇਆ? ਸਵਾਲ ਇਹ ਤਾਂ ਖੜਦਾ ਹੈ ਨਾ, ਫਿਰ ਬੰਦ ਕਿਉਂ ਹੋਇਆ? ਜਦ ਮਾਲਕ ਨਾਲ ਗੱਲ ਕਰ ਰਹੇ ਉਹਦੇ ਕੋਲ ਉਹ ਕਹਿੰਦੇ ਸਾਰਾ ਕੁਝ ਹੈ ਸਾਡੇ ਕੋਲ, ਫਿਰ ਗੱਲ ਕਿਉਂ ਨਹੀਂ ਕਰਦੇ? ਕਿਉਂਕਿ ਸਰ ਇਹ ਜਿਹੜਾ ਕ੍ਰੈਸ਼ਰ ਹੈ ਅਨਲੀਗਲ ਕੰਮ ਹੈ। ਇਹ ਸਾਰਾ ਹੀ ਜਿਹੜਾ ਹੈਗਾ 2 ਨੰਬਰ ਤੇ ਮਾਈਨਿੰਗ ਕੀਤੀ ਜਾ ਰਹੀ ਹੈ। ਇਹਦੇ ਪ੍ਰਤੀ ਸਾਡਾ ਪਿੰਡ ਜਿਹੜਾ ਹੈਗਾ ਆ ਚਾਂਦਪੁਰ ਰੁੜਕੀ ਦੇ ਲੋਕ ਬਹੁਤ ਪਰੇਸ਼ਾਨ ਆ। ਇਹ ਰਾਜਨੀਤਿਕ ਥਾਪੜੇ ਦੇ ਨਾਲ ਕੰਮ ਚੱਲਦੇ ਨੇ। ਤਕਰੀਬਨ ਜਿਹੜਾ ਚਾਂਦਪੁਰ ਰੁੜਕੀ ਦਾ ਸਾਡਾ ਸਰਪੰਚ ਹੈ, ਰਾਜਨੀਤਿਕ ਇਹ ਦੌਰ ਦੇ ਵਿੱਚ ਕਿੰਨੇ ਸਮੇਂ ਤੋਂ ਜਿਹੜਾ ਉਹ ਇਹ ਚੱਲ ਰਿਹਾ ਸੀ ਨਾਜਾਇਜ਼ ਮਾਈਨਿੰਗ ਦਾ ਕੰਮ? ਇਹਨੂੰ ਸਰ ਘੱਟੋ ਘੱਟ ਵੀ 4-5 ਸਾਲ ਹੋ ਗਏ ਆ ਚੱਲਦੇ ਨੂੰ। ਲੋਕਾਂ ਨੇ ਕਾਫੀ ਕੋਸ਼ਿਸ਼ ਕੀਤੀ, ਲੋਕਾਂ ਦੇ ਨਜਾਇਜ਼ ਪਰਚੇ ਕਰਾਤੇ ਆ ਲੀਡਰਾਂ ਨੇ। ਸੋਸ਼ਲ ਡਿਸਟੈਂਸ ਨੂੰ ਕਿਹੜੇ ਲੀਡਰ ਜਿਹੜੇ ਤੁਸੀਂ ਕਹਿ ਰਹੇ ਹੋ, ਕਿਉਂਕਿ ਇਹਨਾਂ ਨੇ ਵੀ ਲੀਡਰ ਦੀ ਗੱਲ ਕੀਤੀ ਹੈ। ਹਾਂਜੀ, ਤੁਸੀਂ ਦੱਸੋ ਵੀਰ ਜੀ। ਅਸੀਂ ਅਕਤੂਬਰ 2018 ਤੋਂ ਲਗਾਤਾਰ ਇਹਨਾਂ ਕ੍ਰੈਸ਼ਰਾਂ ਦੇ ਖਿਲਾਫ, ਨਜਾਇਜ਼ ਮਾਈਨਿੰਗ ਦੇ ਖਿਲਾਫ ਜਿਹੜਾ ਐਜੀਟੇਸ਼ਨ ਕੀਤੀ। 15 ਤਰੀਕ ਨੂੰ 15 ਅਕਤੂਬਰ 2018 ਨੂੰ ਜਦੋਂ ਅਸੀਂ ਚਾਂਦਪੁਰ ਰੁੜਕੀ ਦੇ ਵਿੱਚ ਦਿਨ ਰਾਤ ਦਾ ਧਰਨਾ ਦਿੱਤਾ ਸੀਗਾ, ਉਦੋਂ ਮਾਈਨਿੰਗ ਮਾਫੀਆ ਨੇ ਧਰਨਾ ਦੇਣ ਵਾਲੇ ਆਗੂਆਂ ਤੇ, ਧਰਨਾ ਦੇਣ ਵਾਲੇ ਲੋਕਾਂ ਤੇ ਗੋਲੀ ਚਲਾਈ। ਪੁਲਿਸ ਨੇ ਉਸ ਵੇਲੇ
ਜਿਹੜੇ ਧਰਨਾ ਦਿੰਦੇ ਸੀਗੇ ਉਹਨਾਂ ਤੇ 336 ਤੇ ਹੋਰ ਧਰਾਵਾਂ ਲਾ ਕੇ ਸਾਡੇ ਤੇ ਰਾਜਨੀਤਿਕ ਦਬਾਅ ਸਦਕਾ ਜਿਹੜਾ ਉਹ ਪਰਚਾ ਕੀਤਾ। ਜੇ ਸਰਕਾਰ ਇਹ ਕਹਿੰਦੀ ਹੈ ਕਿ ਸਾਰੀ ਮਾਈਨਿੰਗ ਜਿਹੜੀ ਮਾਫੀਆ ਹੈ ਉਹ ਸਾਰਾ ਖਤਮ ਕਰ ਰਹੇ ਆ ਤੇ ਖਤਮ ਹੋ ਰਿਹਾ ਪੂਰੀ ਤਰ੍ਹਾਂ, ਤੇ ਉਹ ਇੱਕ ਸਾਹਮਣੇ ਜਿਹੜੀ ਹੈ ਇਹ ਗਰਾਊਂਡ ਜ਼ੀਰੋ ਰਿਪੋਰਟ ਸਾਫ਼ ਕਰਦੀ ਕਿ ਹਜੇ ਵੀ ਜਿਹੜਾ ਪੰਜਾਬ 'ਚ ਮਾਈਨਿੰਗ ਮਾਫੀਆ ਕਿੰਨਾ ਸਕਰੀय ਹੈ। ਕੈਮਰਾਮੈਨ ਖੁਰਸ਼ੀਦ ਦੇ ਨਾਲ ਬਜ਼ਮ ਵਰਮਾ, ਜ਼ੀ ਮੀਡੀਆ। ਸਿਰਫ ਹੁਸ਼ਿਆਰਪੁਰ ਹੀ ਨਹੀਂ, ਨਵਾਂ ਸ਼ਹਿਰ ਦੇ ਵਿੱਚ ਵੀ ਨਜਾਇਜ਼ ਮਾਈਨਿੰਗ ਦਾ ਕੰਮ ਧੜੱਲੇ ਨਾਲ ਚੱਲ ਰਿਹਾ। ਆਪਣੀ ਕਰਤੂਤ ਨੂੰ ਲੁਕਾਉਣ ਦੇ ਲਈ ਮਾਫੀਆ ਵੱਲੋਂ ਖੱਡੇ ਭਰਨ ਲਈ ਮਿੱਟੀ ਪਾਈ ਜਾ ਰਹੀ ਹੈ। ਇੱਥੇ ਰਹਿ ਕੇ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੇ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਗਾਉਂਦਿਆਂ ਹੋਇਆ ਕਿਹਾ ਕਿ ਕਈ ਵਾਰ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਗੁਹਾਰ ਲਗਾਈ ਗਈ, ਪਰ ਅਜੇ ਤੱਕ ਸੁਣਵਾਈ ਨਹੀਂ ਹੋ ਰਹੀ। ਤੁਸੀਂ ਚਲਾਕੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਹੈ ਉਹ ਇਹਨੂੰ ਭਰ ਦਿੱਤਾ ਜਾਂਦਾ, ਯਾਨੀ ਪਹਿਲਾਂ ਜਿੰਨੇ ਵੀ ਪੱਥਰ ਪੁੱਥਰ ਕੱਢ ਕੇ ਸਾਰਾ ਕੁਝ ਕੱਢ ਕੇ ਉਸ ਤੋਂ ਬਾਅਦ ਸਾਫ਼ ਪਲੇਨ ਜਿਹੜਾ ਹੈ ਉਹ ਮਿੱਟੀ ਪਾਈ ਜਾ ਰਹੀ ਹੈ ਤਾਂ ਕਿ ਕਿਸੇ ਨੂੰ ਪਤਾ ਹੀ ਨਾ ਲੱਗ ਸਕੇ ਕਿ ਇੱਥੇ ਹੋਇਆ ਕੀ ਸੀ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਮਿੱਟੀ ਦੇ ਟਿੱਲੇ ਵੀ ਇੱਥੇ ਰੱਖੇ ਹੋਏ ਨੇ ਤਾਂ ਕਿ ਜਦ ਕਿਸੇ ਵੀ ਚੀਜ਼ ਨੂੰ ਕੱਢਦੇ ਨੇ ਉਸ ਤੋਂ ਬਾਅਦ ਮਿੱਟੀ ਪਾ ਸਕਦੇ ਨੇ। ਤੁਸੀਂ ਦੇਖ ਸਕਦੇ ਹੋ ਦੂਰ ਤੱਕ ਜਿਹੜੀ ਹੈ ਉਹ ਮਿੱਟੀ ਹੋ ਰੱਖੀ ਹੈ। ਪਿੰਡ ਵਾਲੇ ਵੀ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਆ। ਕਿੰਨੇ ਸਮੇਂ ਤੋਂ ਇਹ ਸਾਰਾ ਕੁਝ ਹੋ ਰਿਹਾ ਹੈ? ਇਹ ਸਰ ਘੱਟੋ ਘੱਟ 2013 ਤੋਂ ਹੋ ਰਿਹਾ ਹੈ ਇਹ ਜਿਹੜਾ ਮਾਫੀਆ ਮਾਈਨਿੰਗ ਚੱਲ ਰਿਹਾ ਹੈ। ਸਾਡੀ ਸੁਣਵਾਈ ਨਾ ਤਾਂ ਸਰਕਾਰ ਕਰ ਰਹੀ ਹੈ, ਇੱਥੋਂ ਦੇ ਜਿਹੜੇ ਵਿਧਾਇਕ ਆ ਜਾਂ ਸਾਡੀ ਗੌਰਮੈਂਟ ਹੈ ਇਸ ਟਾਈਮ, ਔਰ ਨਾ ਸਾਡਾ ਪ੍ਰਸ਼ਾਸਨ ਮੂਹਰੇ ਸਾਡੀ ਕੋਈ ਸੁਣਵਾਈ ਹੈ। ਪ੍ਰਸ਼ਾਸਨ ਵੀ ਸਾਡੀ ਕੋਈ ਨਹੀਂ ਸੁਣਦਾ। ਹੁਣ ਗੱਲ ਮਸਲਾ ਤਾਂ ਇਹ ਹੈ ਵੀ ਅਸੀਂ ਗਰੀਬ, ਸਾਡਾ ਕੰਢੀ ਜਿਹੜਾ ਏਰੀਆ ਗਰੀਬ ਅਸੀਂ ਲੋਕ ਆ ਤੇ ਅਸੀਂ ਮਤਲਬ ਕਿਹਦੇ ਮੂਹਰੇ ਗੁਹਾਰ ਲਹਾਈਏ? ਅਸੀਂ ਥਾਂ ਗੁਹਾਰ ਲਾ ਕੇ ਦੇਖ ਲਈ ਹੈ ਵੀ ਸਾਡੀ ਕੋਈ ਸੁਣਵਾਈ ਨਹੀਂ ਆ। ਗੁੰਡਾਗਰਦੀ ਸ਼ਰੇਆਮ ਅੱਜ ਤੁਸੀਂ ਆਏ ਆ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਜੇ ਸਾਹਮਣੇ ਦੀ ਗੱਲ ਕਰੀਏ, ਸਾਹਮਣੇ ਜਿਸ ਤਰੀਕੇ ਨਾਲ ਅਸੀਂ ਪਹੁੰਚੇ ਇੱਥੇ ਤਾਂ ਉਸੇ ਟਾਈਮ ਜਿਹੜਾ ਸਟੋਨ ਕ੍ਰਸ਼ਰ ਹੈ ਉਹ ਵੀ ਬੰਦ ਕਰ ਦਿੱਤਾ ਗਿਆ, ਇਹ ਦਿਖਾਉਣ ਲਈ ਕਿ ਇੱਥੇ ਕੋਈ ਕੰਮ ਨਹੀਂ ਹੋ ਰਿਹਾ, ਇੱਥੇ ਸਭ ਕੁਝ ਜਿਹੜਾ ਹੈ ਉਹ ਸ਼ਾਂਤੀ ਹੈ। ਪਰ ਜਿਸ ਤਰੀਕੇ ਨਾਲ ਉੱਥੇ ਮਾਈਨਿੰਗ ਕੀਤੀ ਜਾ ਰਹੀ ਸੀ, ਇੱਥੇ ਵੀ ਜਿਹੜਾ ਕ੍ਰਸ਼ਰ ਚਲਾਇਆ ਜਾ ਰਿਹਾ ਸੀ। ਹਜੇ ਵੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਟਰਾਲੀਆਂ, ਲੋਕ ਵੀ ਇੱਥੇ ਮੌਜੂਦ ਨੇ। ਜੇ ਇੱਥੇ ਕੰਮ ਨਹੀਂ ਚੱਲ ਰਿਹਾ ਤਾਂ ਫਿਰ ਟਰੱਕ ਇੰਨੇ ਸਾਰੇ ਕੀ ਕਰ ਰਹੇ ਨੇ? ਇਹ ਵੀ ਵੱਡਾ ਸਵਾਲ ਖੜਾ ਕਰਦਾ। ਪਰ ਨਾਲ ਦੇ ਨਾਲ ਇਹ ਸਾਫ਼ ਪ੍ਰੂਫ ਹੈ ਕਿ ਕਿਸ ਤਰੀਕੇ ਨਾਲ ਜਿਹੜੀ ਮਿੱਟੀ ਹੈ ਉਹ ਇੱਥੇ ਭਰ ਦਿੱਤੀ ਗਈ ਤੇ ਜਿੰਨਾ ਵੀ ਅੰਦਰੋਂ ਨੈਚੁਰਲ ਰਿਸੋਰਸ ਸੀਗਾ, ਜਿਸ ਤਰੀਕੇ ਨਾਲ ਨੇਚਰ ਦਾ ਘਾਣ ਜਿਹੜਾ ਹੈ ਉਹ ਇੱਥੇ ਕੀਤਾ ਹੈ, ਇਹਦੇ ਲਈ ਕੌਣ ਜ਼ਿੰਮੇਵਾਰ ਹੈ? ਜੇ ਕਹਿ ਰਹੇ ਸੀ ਕਿ ਮਾਈਨਿੰਗ ਜਿਹੜੀ ਹੈ ਉਹ ਬੰਦ ਹੋ ਗਿਆ, ਇਸ ਤਰੀਕੇ ਦਾ ਜਿਹੜਾ ਹੈ ਮਾਫੀਆ ਖਤਮ ਹੋ ਗਿਆ, ਤਾਂ ਅੱਜ ਜਿਹੜਾ ਇਹ ਸਾਹਮਣੇ ਕੀ ਆ ਰਿਹਾ ਹੈ ਉਹ ਵੀ ਦੇਖਣਾ ਪਏਗਾ। ਕੈਮਰਾਮੈਨ ਅਸ਼ਵਨੀ ਦੇ ਨਾਲ ਬਜ਼ਮ ਵਰਮਾ, ਜ਼ੀ ਮੀਡੀਆ, ਬਲਾਚੌਰ। ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵੀ ਨਜਾਇਜ਼ ਮਾਈਨਿੰਗ ਦਾ ਧੰਦਾ ਜ਼ੋਰਾਂ ਦੇ ਨਾਲ ਚੱਲ ਰਿਹਾ ਹੈ। ਸਰਕਾਰ ਤੇ ਪ੍ਰਸ਼ਾਸਨ ਭਾਵੇਂ ਹੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਆਪਣੇ ਦਾਅਵੇ ਕਰਦੇ ਰਹਿਣ, ਪਰ ਜੋ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਉਹ ਇਹਨਾਂ ਦਾਅਵਿਆਂ ਦੀ ਪੋਲ ਖੋਲ ਕਰਦੀਆਂ ਨੇ। ਲੀਗਲ ਮਾਈਨਿੰਗ ਦੀ ਗੱਲ ਕਰੀਏ ਤਾਂ ਮਾਈਨਿੰਗ ਵਿਭਾਗ ਇਹ ਕਹਿੰਦਾ ਹੈ ਕਿ 9 ਫੁੱਟ ਤੱਕ ਜਿਹੜੇ ਨੇ ਉਹ ਗੱਡੇ ਕਾੜੇ ਜਾ ਸਕਦੇ ਨੇ, ਉਸ ਤੋਂ ਵੱਧ ਨਹੀਂ। ਉਸ ਤੋਂ ਬਾਅਦ ਕੀਤੇ ਜਾਣਗੇ ਤਾਂ ਲੀਗਲ ਐਕਸ਼ਨ ਜਿਹੜਾ ਹੈ ਉਹ ਲਿੱਤਾ ਜਾਏਗਾ। ਪਰ ਇੱਥੇ ਤੁਸੀਂ ਦੇਖ ਸਕਦੇ ਹੋ 20 ਤੋਂ 25 ਫੁੱਟ ਤੱਕ ਦੇ ਖੱਡੇ ਜਿਹੜੇ ਨੇ ਉਹ ਕਰ ਦਿੱਤੇ ਗਏ ਨੇ। ਐਡਾ ਦਰਿਆ ਜਿਹੜਾ ਹੈ ਉਹ ਪਾੜਤਾ ਹੈ ਤਾਂ ਕਿ ਦਰਿਆ ਜਿਹੜਾ ਹੈ ਆਪਣਾ ਰੁੱਖ ਹੀ ਚੇਂਜ ਕਰ ਲੇ, ਯਾਨੀ ਐਡੇ ਵੱਡੇ ਪੈਮਾਨੇ ਤੇ ਜਿਹੜੀ ਉਹ ਇਲੀਗਲ ਮਾਈਨਿੰਗ ਕੀਤੀ ਜਾ ਰਹੀ ਹੈ। ਪਰ ਨਾਲ ਦੇ ਨਾਲ ਹਜੇ ਤੱਕ ਕੋਈ ਐਕਸ਼ਨ ਵੀ ਜਿਹੜਾ ਹੈ ਉਹ ਵੱਡਾ ਐਕਸ਼ਨ ਨਹੀਂ ਲਿੱਤਾ ਗਿਆ। ਬਿਮਲ ਕੁਮਾਰ ਨੇ ਜਿਹੜੇ ਕਿ ਇਹ ਅਨੰਦਪੁਰ ਸਾਹਿਬ ਤੋਂ ਜ਼ੀ ਮੀਡੀਆ ਦੇ ਰਿਪੋਰਟਰ ਵੀ ਨੇ ਤੇ ਨਾਲ ਦੇ ਨਾਲ ਕਵਰ ਵੀ ਕਰਦੇ ਰਹੇ ਨੇ ਇਸ ਸਾਰੇ ਇਲਾਕੇ ਨੂੰ। ਬਿਮਲ, ਜੇ ਗੱਲ ਕਰੀਏ ਇਸ ਇਲਾਕੇ ਦੀ, ਅਸੀਂ ਦੇਖ ਰਹੇ ਹਾਂ ਕਿਸ ਤਰੀਕੇ ਨਾਲ ਸਾਰਾ ਦਰਿਆ ਜਿਹੜਾ ਹੈ ਉਹ ਪਾੜ ਕੇ ਰੱਖਦਾ ਹੈ। ਦੇਖੋ ਬਜ਼ਮ, ਤੁਹਾਨੂੰ ਦੱਸਣਾ ਕਿ ਪਹਿਲਾਂ ਵੀ ਜਦੋਂ ਭਾਵੇਂ ਪਿਛਲੀ ਅਕਾਲੀ ਭਾਜਪਾ ਸਰਕਾਰ ਰਹੀ ਹੋਵੇ ਤਾਂ ਉਹ ਕਾਂਗਰਸ ਆਰੋਪ ਲਗਾਉਂਦੀ ਰਹੀ ਹੈ ਕਿ ਇਹ ਗੈਰ ਕਾਨੂੰਨੀ ਮਾਈਨਿੰਗ। ਹੁਣ ਕਾਂਗਰਸ ਦੀ ਸਰਕਾਰ ਹੈ, ਹੁਣ ਅਕਾਲੀ ਭਾਜਪਾ ਜਿਹੜੇ ਆ ਜਾਂ ਆਮ ਆਦਮੀ ਪਾਰਟੀ ਆ ਆਰੋਪ ਲਗਾਉਂਦੀ ਰਹੀ ਗੈਰ ਕਾਨੂੰਨੀ ਮਾਈਨਿੰਗ ਦੀ। ਵਾਕਈ ਤੌਰ ਤੇ ਸਰਕਾਰਾਂ ਕੋਈ ਵੀ ਰਹੀਆਂ ਹੁਣ, ਗੈਰ ਕਾਨੂੰਨੀ ਮਾਈਨਿੰਗ ਜਿਹੜੀ ਹੈ ਪਹਿਲਾਂ ਵੀ ਚੱਲਦੀ ਸੀ ਔਰ ਹੁਣ ਵੀ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ। ਲਗਾਤਾਰ ਚੱਲ ਰਹੀ ਹੈ। ਅਸੀਂ ਉੱਪਰ ਟਿੱਪਰ ਵੀ ਦੇਖ ਰਹੇ ਹਾਂ ਕਿਸ ਤਰੀਕੇ ਨਾਲ ਚੱਲ ਰਹੇ ਨੇ ਤੇ ਹਰ 2 ਮਿੰਟ ਵਾਲੇ ਟਿੱਪਰ ਜਿਹੜੇ ਨੇ ਨਿਕਲਦੇ ਨੇ ਰਾਤ ਨੂੰ। ਬਿਲਕੁਲ, ਰਾਤ ਦੇ ਸਮੇਂ ਜਿਹੜਾ ਹੈ ਇੱਥੋਂ ਮਟੀਰੀਅਲ ਜਿਹੜਾ ਲੈ ਕੇ, ਕੱਚਾ ਮਾਲ ਲਿਜਾ ਕੇ ਜਿਹੜਾ ਕ੍ਰੈਸ਼ਰਾਂ ਤੇ ਸੁੱਟਿਆ ਜਾਂਦਾ, ਉੱਥੇ ਉਹਨੂੰ ਛਾਂਟਿਆ ਜਾਂਦਾ, ਬਜਰੀ ਅਲੱਗ ਕੀਤਾ ਜਾਂਦਾ, ਰੇਤਾ ਅਲੱਗ ਕੀਤਾ ਜਾਂਦਾ ਔਰ ਵੱਡਾ ਪੱਥਰ ਜਿਹੜਾ ਉਹਨੂੰ ਅਲੱਗ ਕੀਤਾ ਜਾਂਦਾ। ਫਿਰ ਉਹਨੂੰ ਅੱਗੇ ਜਿਹੜਾ ਟਿੱਪਰਾਂ ਦੇ ਵਿੱਚ ਭਰ ਕੇ ਜਿਹੜਾ ਹੈ ਅੱਗੇ ਭੇਜਿਆ ਜਾਂਦਾ। ਵਿਭਾਗ ਵੱਲੋਂ ਜਿਹੜਾ ਹੈ, ਪ੍ਰਸ਼ਾਸਨ ਵੱਲੋਂ ਲਗਾਤਾਰ ਕਾਰਵਾਈ ਜ਼ਰੂਰ ਕੀਤੀ ਜਾਂਦੀ ਹੈ, ਪਰ ਕਾਰਵਾਈ ਜਿਹੜੀ ਹੈ ਛੋਟੇ ਪੱਧਰ ਤੇ ਹੁੰਦੀ ਹੈ ਕਿਉਂਕਿ ਇੱਕ ਟਿੱਪਰ ਤੇ ਉੱਤੇ ਜਿਹੜਾ ਪਰਚਾ ਨਜਾਇਜ਼ ਮਾਈਨਿੰਗ ਦਾ ਦਰਜ ਕਰ ਦਿੱਤਾ ਜਾਂਦਾ, ਮਗਰ ਵੱਡੀਆਂ ਮਛਲੀਆਂ ਜਿਹੜੇ ਵੱਡੇ ਕਾਰੋਬਾਰੀ ਨੇ, ਗੈਰ ਕਾਨੂੰਨੀ ਮਾਈਨਿੰਗ ਮਾਫੀਆ ਹੈ, ਉੱਤੇ ਕਾਰਵਾਈ ਹਾਲੇ ਤੱਕ ਵੀ ਕਿਸੇ ਇੱਕ ਤੇ ਨਹੀਂ ਹੋਈ ਹੈ। ਹੁਣ NGT ਨੇ ਜਿਹੜਾ ਹੈਗਾ ਕਿ ਜੁਰਮਾਨਾ ਲਗਾਇਆ 632 ਕਰੋੜ ਰੁਪਏ ਦਾ, ਉਹ ਮੈਨੂੰ ਨਹੀਂ ਲੱਗਦਾ ਕਿ ਇਹ ਵੀ ਜਿਹੜਾ ਹੈ ਵਸੂਲ ਕਰ ਪਾਏਗੀ, ਸਰਕਾਰ ਜਿਹੜੀ ਵਸੂਲ ਕਰ ਪਾਏਗੀ। ਕਿ ਮੇਰੇ ਕੈਮਰਾਮੈਨ ਜ਼ਰੂਰ ਦਿਖਾਣ ਕਿ ਜੇ ਆਮ ਬੰਦੇ ਦੀ ਗੱਲ ਕਰੀਏ, ਆਮ ਬੰਦਾ ਧਿਆਨ ਨਾਲ ਆਰਾਮ ਨਾਲ ਦੇਖ ਸਕਦਾ ਕਿ ਕਿਸ ਤਰੀਕੇ ਨਾਲ ਮਾਈਨਿੰਗ ਜਿਹੜੀ ਹੈ ਉਹ ਹੋਈ ਹੈ ਤੇ ਕਿਸ ਤਰੀਕੇ ਨਾਲ ਜਿਹੜਾ ਹੈ ਕਿ ਕਰੇਨਾਂ ਦੀ ਮਦਦ ਤੋਂ ਲੈ ਕੇ ਜਦ
ਖੂਹ ਜਿਹੜੇ ਬਣਾਇਆ ਗਿਆ ਇਹਨਾਂ ਨੂੰ ਕੱਟਿਆ ਗਿਆ ਤਾਂ ਉਹ ਨਿਸ਼ਾਨ ਵੀ ਜਿਹੜੇ ਨੇ ਅੱਜ ਵੀ ਇੱਥੇ ਹੈਗੇ ਆ। ਯਾਨੀ 1 ਜਾਂ 2 ਦਿਨ ਪੁਰਾਣਾ ਹੀ ਜਿਹੜਾ ਹੈ ਉਹ ਨਿਸ਼ਾਨ ਨਹੀਂ, ਕਿਉਂਕਿ ਉਸ ਤੋਂ ਬਾਅਦ ਬਾਰਿਸ਼ਾਂ ਹੋ ਗਈਆਂ, ਸਾਰਾ ਕੁਝ ਦਬ ਜਾਣਾ ਚਾਹੀਦਾ ਸੀ। ਪਰ ਜੇ ਨਿਸ਼ਾਨ ਇੱਥੇ ਹੀ ਨੇ, ਯਾਨੀ ਜਿਹੜੀ ਮਾਈਨਿੰਗ ਹੈ ਉਹ ਹੁੰਦੀ ਜਾ ਰਹੀ ਹੈ ਤੇ ਨਜਾਇਜ਼ ਮਾਈਨਿੰਗ ਜਿਹੜੀ ਹੈ ਉਹ ਹਜੇ ਬੰਦ ਨਹੀਂ ਹੋਈ। ਇਸ ਬ੍ਰਿਜ ਦੇ ਆਸ-ਪਾਸ ਜਿਸ ਤਰੀਕੇ ਦੀ ਮਾਈਨਿੰਗ ਹੋ ਰਹੀ ਹੈ, ਤੁਹਾਨੂੰ ਦੱਸਦੀ ਹੈ ਹੋਲਾ ਮਹੱਲਾ ਤੋਂ ਲੈ ਕੇ ਵੱਡੇ ਨੈਣਾ ਦੇਵੀ ਦੇ ਵੀ ਦਰਸ਼ਨ ਜੇ ਸ਼ਰਧਾਲੂ ਨੇ ਕਰਨੇ ਉਹ ਇੱਥੇ ਹੀ ਜਾਣਾ ਹੈ। ਜੇ ਇਸ ਬ੍ਰਿਜ ਨੂੰ ਵੀ ਕੁਝ ਹੁੰਦਾ ਹੈ, ਜੇ ਇਸ ਪੁਲ ਨੂੰ ਕੁਝ ਹੁੰਦਾ ਹੈ ਤੇ ਵੱਡੀ ਕਨੈਕਟੀਵਿਟੀ ਜਿਹੜੀ ਪੰਜਾਬ ਦੀ ਉਹ ਮਾਈਨਿੰਗ ਕਰਕੇ ਵੀ ਟੁੱਟ ਸਕਦੀ ਹੈ। ਪਰ ਨਾਲ ਦੇ ਨਾਲ ਕਦ ਐਕਸ਼ਨ ਲਿੱਤਾ ਜਾਊਗਾ, ਕਦ ਜਿਹੜੀ ਵੱਡੀ ਮਛਲੀਆਂ ਨੇ ਉਹਨਾਂ ਨੂੰ ਫੜਿਆ ਜਾਏਗਾ, ਇਹ ਇੱਕ ਵੱਡਾ ਸਵਾਲ ਜਿਹੜਾ ਹੈ ਉਹ ਪੰਜਾਬ ਸਰਕਾਰ ਤੇ ਵੀ ਖੜਾ ਕਰਦਾ ਹੈ। ਕੈਮਰਾਮੈਨ ਅਸ਼ਵਨੀ ਦੇ ਨਾਲ ਬਜ਼ਮ ਵਰਮਾ, ਜ਼ੀ ਮੀਡੀਆ, ਅਨੰਦਪੁਰ ਸਾਹਿਬ। ਸੋ ਅਨੰਦਪੁਰ ਸਾਹਿਬ ਦੇ ਵਿੱਚ ਨਜਾਇਜ਼ ਮਾਈਨਿੰਗ ਨੂੰ ਲੈ ਕੇ ਆਰਟੀਆਈ ਐਕਟਿਵਿਸਟ ਦਾ ਵੀ ਦਾਅਵਾ ਹੈ ਕਿ ਇੱਥੋਂ 50 ਤੋਂ 60 ਪੌਂਡ ਅਨੰਦਪੁਰ ਸਾਹਿਬ ਦੇ ਵਿੱਚ ਅਵੈਧ ਮਾਈਨਿੰਗ ਨੂੰ ਲੈ ਕੇ ਕੀਤੇ ਜਾ ਚੁੱਕੇ ਨੇ ਤੇ ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ 50 ਤੋਂ 60 ਫੁੱਟ ਤੱਕ ਡੂੰਘੇ ਇਹ ਮਾਈਨਿੰਗ ਕੀਤੀ ਜਾ ਰਹੀ ਹੈ। ਹੋਰ ਕੀ ਕੁਝ ਉਹਨਾਂ ਨੇ ਕਿਹਾ ਇਸ ਮਾਮਲੇ ਦੇ ਵਿੱਚ ਉਹ ਵੀ ਸੁਣ ਲੈਂਦੇ ਹਾਂ। ਸਾਡੇ ਨਾਲ ਆਰਟੀਆਈ ਐਕਟਿਵਿਸਟ ਨੇ। ਸਭ ਤੋਂ ਪਹਿਲਾਂ ਜੇ ਗੱਲ ਕਰੀਏ ਕਿਸ ਤਰ੍ਹਾਂ ਨਾਲ ਖੁਲਾਸਾ ਹੋਇਆ ਸੀ ਕਿ ਹਜੇ ਵੀ ਜਿਹੜੀ ਹੈ ਉਹ ਇਲੀਗਲ ਮਾਈਨਿੰਗ ਚੱਲ ਰਹੀ ਹੈ? ਇਲੀਗਲ ਮਾਈਨਿੰਗ ਚੱਲ ਰਹੀ ਹੈ। ਇਸ ਚੀਜ਼ ਦਾ ਖੁਲਾਸਾ ਤਾਂ ਜੋ ਲੋਕਲ ਇਨਫੋਰਮੇਸ਼ਨ ਹੈ ਲੋਕਾਂ ਦੀ, ਉਹਦੇ ਨਾਲ ਇਸ ਚੀਜ਼ ਦਾ ਖੁਲਾਸਾ ਹੋ ਗਿਆ ਸੀ ਕਿ ਹੁਣ ਵੀ ਜਿਹੜੀ ਉਸ ਜਿਸ ਵੇਲੇ ਦੀ ਘਟਨਾ ਹੈ ਕਿ ਉੱਥੇ ਇਹਨਾਂ ਕੁਆਰੀਜ਼ ਦੇ ਵਿੱਚ ਬਹੁਤ ਜ਼ਿਆਦਾ ਇਲੀਗਲ ਮਾਈਨਿੰਗ ਹੋ ਰਹੀ ਸੀ, ਸਵਾੜਾ, ਹਰਸਾਵੇਲਾ ਤੇ ਬਈਹਾਰਾ, ਜਿਸ ਦੇ ਬੇਸ ਤੇ ਕੁਝ ਇਲਾਕਾ ਵਾਸੀਆਂ ਦੇ ਨਾਲ ਮੈਂ ਵੀ ਕੰਪਲੇਂਟ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਮੈਡਮ ਗੁਰਨੀਤ ਕੌਰ ਤੇਜ ਉਹਨਾਂ ਨੂੰ ਕੀਤੀ ਸੀਗੀ, ਜਿਨ੍ਹਾਂ ਨੇ 3 ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਸੀਗਾ, 2 SDMs ਦੀ ਅਗਵਾਈ ਦੇ ਵਿੱਚ, 1 ADC ਸਾਹਿਬ ਦੀ ਅਗਵਾਈ ਦੇ ਵਿੱਚ। ਉਹਨਾਂ ਦੇ ਨਾਲ ਮੈਂ ਖੁਦ ਵੀ ਮੌਕੇ ਤੇ ਗਿਆ ਸੀਗਾ। ਉਹਨਾਂ ਟੀਮਸ ਨੇ ਜੋ ਆਪਣੀ ਰਿਪੋਰਟ ਸਬਮਿਟ ਕੀਤੀ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਬਹੁਤ ਜ਼ਿਆਦਾ ਡੂੰਘਾਈ ਦੇ ਵਿੱਚ ਕਰੀਬ 50-50, 60-60 ਫੁੱਟ ਤੱਕ ਜਿਹੜੀ ਇਲੀਗਲ ਮਾਈਨਿੰਗ ਹੈ ਉਹ ਇਹਨਾਂ ਸਾਈਟਸ ਦੇ ਉੱਪਰ ਹੋ ਰੱਖੀ ਸੀ ਉਸ ਵੇਲੇ। ਤੇ ਉਸ ਟੀਮ ਦੀ ਰਿਪੋਰਟ ਤੇ ਆਧਾਰਿਤ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਮੈਡਮ ਗੁਰਨੀਤ ਕੌਰ ਤੇਜ ਹੋਣੀ ਇਹਨਾਂ ਖੱਡਾਂ ਦੀ ਕੈਂਸਲੇਸ਼ਨ ਦੇ ਲਈ ਗਵਰਨਮੈਂਟ ਨੂੰ ਲਿਖ ਦਿੱਤਾ ਸੀਗਾ। ਬਟ ਉਸ ਤੋਂ ਬਾਅਦ 'ਚ ਬੜੀ ਡਿਲੇ ਹੋਇਆ ਕਾਰਵਾਈ ਦੇ ਵਿੱਚ। ਫਿਰ ਉਹ ਸਾਰੀ ਜਿਹੜੀ ਉੱਥੋਂ ਦੀ ਜੋ ਵੀ ਰਿਪੋਰਟ ਸੀਗੀ SDMs ਦੀ ਤੇ ADC ਸਾਹਿਬਾਨ ਦੀ, ਉਹਦੀ ਕਾਪੀ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਅੰਡਰ ਇਹਨਾਂ ਕੋਲੋਂ ਲੈ ਕੇ ਉਹਦੇ ਬੇਸ ਤੇ ਮੈਂ NGT ਮੂਵ ਕੀਤਾ ਸੀਗਾ, ਉੱਥੇ ਓਰੀਜਨਲ ਐਪਲੀਕੇਸ਼ਨ ਫਾਈਲ ਕੀਤੀ ਸੀਗੀ ਕਿ ਆ ਸਾਰੇ ਫੈਕਟਸ ਹੋਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਜਿਹੜੀ ਨਹੀਂ ਹੋ ਰਹੀ ਹੈ। ਜਿਸ ਉਪਰੰਤ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇੱਕ ਜੁਆਇੰਟ ਐਕਸ਼ਨ ਕਮੇਟੀ ਦਾ ਗਠਨ ਕੀਤਾ ਸੀਗਾ, ਜਿਸ ਕਮੇਟੀ ਨੇ ਇੱਥੇ ਵਿਜ਼ਿਟ ਕੀਤਾ ਸੀਗਾ। ਵਿਜ਼ਿਟ ਕਰਕੇ ਉਹਨਾਂ ਨੇ ਸਾਰੇ ਜਿਹੜੇ ਮੇਰੇ ਐਲੀਗੇਸ਼ਨ ਸੀਗੇ ਉਹ ਸਹੀ ਮੰਨੇ ਸੀਗੇ, ਜਿਸ ਉਪਰੰਤ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਬੜੇ ਸਖਤ ਆਦੇਸ਼ ਦਿੱਤੇ ਸਨ, ਜਿਹਦੇ ਵਿੱਚ ਕਿ ਇਹਨਾਂ ਤਿੰਨੋਂ ਖੱਡਾਂ ਦੇ ਜਿਹੜੇ ਠੇਕੇਦਾਰ ਹੈ ਉਹਨਾਂ ਦੇ ਕੋਲੋਂ ਇਲੀਗਲ ਮਾਈਨਿੰਗ ਦੇ ਲਈ ਰਿਕਵਰੀਜ਼ ਕਰਨ ਦਾ ਆਦੇਸ਼ ਸੀਗਾ। ਜਿਹੜੇ ਰਿਸਪੌਂਸੀਬਲ ਅਫੀਸ਼ੀਅਲਸ ਨੇ, ਕਿੰਨੀ ਰਿਕਵਰੀ ਸੀਗੀ ਉਸ ਵੇਲੇ? ਉਸ ਵੇਲੇ ਜਿਹੜੀ ਰਿਕਵਰੀ ਆਡਿਟ ਕਮੇਟੀ ਨੇ ਜਿਹੜੀ ਰਿਕਵਰੀ ਪਾਈ ਸੀਗੀ ਉਹ ਕਰੀਬ 316-320 ਕਰੋੜ ਦੇ ਆਸ-ਪਾਸ ਰਿਕਵਰੀ ਪਾਈ ਸੀਗੀ। ਪਰ ਕਿਉਂਕਿ NGT ਨੇ ਇਹਨੂੰ ਐਗਜ਼ੈਂਪਲਰੀ ਬਣਾਉਣ ਦੇ ਲਈ ਇੱਕ ਸਖਤ ਤੋਂ ਸਖਤ ਜਿਹੜੀ ਸਜ਼ਾ ਦੇਣ ਦੇ ਲਈ ਉਹਨੂੰ ਡਬਲ ਕਰ ਦਿੱਤਾ ਸੀਗਾ ਕਿ ਇਹਨਾਂ ਕੋਲ ਜਿਨ੍ਹਾਂ ਨੇ ਇਹ ਨੇਚਰ ਦਾ ਹਾਲ ਕੀਤਾ ਉਹਨਾਂ ਦੇ ਕੋਲੋਂ ਡਬਲ ਰਿਕਵਰੀ ਤੇ 632 ਕਰੋੜ ਦੀ ਜਿਹੜੀ ਉਹ ਕਰਨੀ ਬਣਦੀ ਹੈ। NGT ਨੇ ਦੁਬਾਰਾ ਇਹਨਾਂ ਨੂੰ ਹੁਕਮ ਕੀਤੇ ਮਾਈਨਿੰਗ ਡਿਪਾਰਟਮੈਂਟ ਨੂੰ ਕਿ ਤੁਸੀਂ ਇਹ ਰਿਕਵਰੀ ਕਰੋ, ਪਰ ਜਦੋਂ ਮਾਈਨਿੰਗ ਡਿਪਾਰਟਮੈਂਟ ਨੇ ਰਿਕਵਰੀ ਨਹੀਂ ਕੀਤੀ ਤਾਂ ਅਖੀਰੀ ਹੁਣ NGT ਨੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ, ਜਿਹੜਾ ਕਿ ਜੁਆਇੰਟ ਕਮੇਟੀ ਦਾ ਨੋਡਲ ਏਜੰਸੀ ਵੀ ਸੀਗੀ, ਉਹਨਾਂ ਨੂੰ ਹੁਕਮ ਕੀਤਾ ਕਿ ਤੁਸੀਂ ਸਖਤ ਤੋਂ ਸਖਤ ਸਟੈਪ ਲਓ ਰਿਕਵਰੀ ਦੇ ਲਈ, ਠੇਕੇਦਾਰਾਂ ਨੂੰ ਬਲੈਕਲਿਸਟ ਵੀ ਕਰੋ ਤੇ ਰਿਕਵਰੀ ਦੇ ਲਈ ਸਖਤ ਤੋਂ ਸਖਤ ਸਟੈਪ ਲਓ। ਹਾਲੇ ਵੀ ਮਹਿਕਮੇ ਵੱਲੋਂ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਜਿਹੜੀ ਕਾਰਵਾਈ ਹੈ ਉਹ ਪੈਂਡਿੰਗ ਦੱਸੀ ਜਾ ਰਹੀ ਹੈ। ਕੈਮਰਾਮੈਨ ਅਸ਼ਵਨੀ ਦੇ ਨਾਲ ਬਜ਼ਮ ਵਰਮਾ, ਜ਼ੀ ਮੀਡੀਆ, ਅਨੰਦਪੁਰ ਸਾਹਿਬ। ਗੱਲ ਮਹਾਨਗਰ ਲੁਧਿਆਣਾ ਦੀ ਕਰ ਲਈਏ ਤਾਂ ਤਸਵੀਰਾਂ ਉੱਥੋਂ ਵੀ ਵੱਖ ਸਾਹਮਣੇ ਨਹੀਂ ਆਉਂਦੀਆਂ। ਲੁਧਿਆਣਾ ਦੇ ਵਿੱਚ ਨਜਾਇਜ਼ ਮਾਈਨਿੰਗ ਨੂੰ ਲੈ ਕੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਵੀ ਹੋਏਗੀ ਤੇ ਹਾਈ ਕੋਰਟ ਨੇ ਸਖਤ ਰੁਖ ਅਪਣਾਉਂਦਿਆਂ ਹੋਇਆਂ ਲੁਧਿਆਣਾ ਦੇ ਸੈਸ਼ਨ ਜੱਜ ਤੇ DC ਨੂੰ 15 ਦਿਨਾਂ ਦੇ ਅੰਦਰ ਮਾਮਲੇ ਦੀ ਜਾਂਚ ਰਿਪੋਰਟ ਸੌਂਪਣ ਦੇ ਹੁਕਮ ਵੀ ਦਿੱਤੇ ਸਨ। ਇਸੇ ਵਿਚਕਾਰ ਲੁਧਿਆਣਾ ਦੇ ਪਿੰਡ ਵਾਸੀ ਜੋ ਨੇ ਉਹਨਾਂ ਨੇ ਇਲਜ਼ਾਮ ਲਗਾਏ ਕਿ ਸੈਸ਼ਨ ਜੱਜ ਤੇ DC ਜਦੋਂ ਦੌਰੇ ਤੇ ਆਏ ਸਨ ਤਾਂ ਉਸ ਤੋਂ ਪਹਿਲਾਂ ਹੀ ਖੱਡਾਂ ਨੂੰ ਭਰ ਦਿੱਤਾ ਗਿਆ, ਪਾਣੀ ਛੱਡ ਦਿੱਤਾ ਗਿਆ ਤਾਂ ਜੋ ਹਕੀਕੀ ਤਸਵੀਰ ਜੋ ਹੈ ਉਹ ਸਾਹਮਣੇ ਹੀ ਨਾ ਆ ਸਕੇ।
ਸੋ ਇਹ ਦੋ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਪਾ ਰਹੇ ਹੋ। ਇੱਕ ਪਾਸੇ ਮਾਈਨਿੰਗ ਮਾਫੀਆ ਬੇਨਕਾਬ ਕੀਤਾ ਗਿਆ ਜ਼ੀ ਮੀਡੀਆ ਵੱਲੋਂ, ਉਸ ਦੀ ਐਕਸਕਲੂਸਿਵ ਰਿਪੋਰਟ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ। ਤੇ ਦੂਜੇ ਪਾਸੇ ਲੁਧਿਆਣਾ ਦੀ ਜੇ ਗੱਲ ਕਰ ਲਈਏ ਤਾਂ ਲੁਧਿਆਣਾ ਦੇ ਵਿੱਚ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਏਗੀ ਲੁਧਿਆਣਾ ਮਾਈਨਿੰਗ ਮਾਮਲੇ ਨੂੰ ਲੈ ਕੇ। ਤੇ ਇਸ ਮਾਮਲੇ ਦੇ ਵਿੱਚ ਸੈਸ਼ਨ ਜੱਜ ਤੇ ਡੀਸੀ ਨੂੰ 15 ਦਿਨਾਂ ਦੇ ਵਿੱਚ ਰਿਪੋਰਟ ਸੌਂਪਣ ਦੇ ਲਈ ਕਿਹਾ ਗਿਆ ਸੀ ਤੇ ਇਸ ਤੇ ਅੱਜ ਸੁਣਵਾਈ ਹੋਏਗੀ। ਹਾਲਾਂਕਿ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਜਦੋਂ ਪਹੁੰਚੇ ਸਨ ਉੱਥੇ ਰੈਕੀ ਦੇ ਲਈ, ਉੱਥੇ तमाम ਚੀਜ਼ਾਂ ਦੇਖਣ ਦੇ ਲਈ, ਉਸ ਤੋਂ ਪਹਿਲਾਂ ਹੀ ਖੱਡਾਂ ਨੂੰ ਭਰ ਦਿੱਤਾ ਗਿਆ ਸੀ, ਪਾਣੀ ਛੱਡ ਦਿੱਤਾ ਗਿਆ ਸੀ ਤਾਂ ਜੋ ਅਸਲ ਤਸਵੀਰ ਤੇ ਹਕੀਕਤ ਕਿਸੇ ਦੇ ਸਾਹਮਣੇ ਹੀ ਨਾ ਆ ਸਕੇ। ਅਜਿਹੇ ਦੇ ਵਿੱਚ ਅੱਜ ਪੇਸ਼ ਕੀਤੇ ਜਾਣ ਵਾਲੀ ਇਸ ਰਿਪੋਰਟ ਦੇ ਕਿੰਨੇ ਕੁ ਤੱਥ ਸਹੀ ਹੋਣਗੇ ਇਹ ਦੇਖਣਾ ਬੇहद ਲਾਜ਼ਮੀ ਹੋਏਗਾ। ਲੁਧਿਆਣਾ ਦੀ ਮਾਈਨਿੰਗ ਮਾਮਲੇ ਦੇ ਵਿੱਚ ਅੱਜ ਤੁਹਾਨੂੰ ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਏਗੀ। ਬਹਿਰਾਲ ਇਹਨਾਂ ਦਾ ਕਿੰਨਾ ਕੁ ਅਸਰ ਨਜ਼ਰ ਆਉਂਦਾ ਹੈ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੂਸਰੀ ਵਿੱਚ ਦੇਖ ਪਾ ਰਹੇ ਹੋ, ਜਿੱਥੇ ਮਾਈਨਿੰਗ ਮਾਫੀਆ ਬੇਨਕਾਬ ਕਰਦੀਆਂ ਹੋਈਆਂ ਜ਼ੀ ਮੀਡੀਆ ਵੱਲੋਂ ਐਕਸਕਲੂਸਿਵ ਰਿਪੋਰਟ ਦੇ ਵਿੱਚ ਪੇਸ਼ ਕੀਤੀਆਂ ਗਈਆਂ ਤਸਵੀਰਾਂ ਨੇ। ਫਿਰ ਚਾਹੇ ਨਵਾਂ ਸ਼ਹਿਰ ਦੀ ਗੱਲ ਹੋ ਜਾਏ, ਗੜਸ਼ੰਕਰ ਦੀ ਗੱਲ ਹੋ ਜਾਏ, ਰੂਪਨਗਰ ਦੀ ਗੱਲ ਕਰ ਲਈਏ, ਅਨੰਦਪੁਰ ਸਾਹਿਬ ਦੀ ਗੱਲ ਕਰੀਏ, ਹਰ ਪਾਸੇ ਲਗਾਤਾਰ ਧੜੱਲੇ ਦੇ ਨਾਲ ਇਹ ਨਜਾਇਜ਼ ਮਾਈਨਿੰਗ ਜਾਰੀ ਹੈ ਤੇ ਲਗਾਤਾਰ ਜੋ ਦਾਅਵੇ ਕੀਤੇ ਜਾਂਦੇ ਨੇ ਉਹਨਾਂ ਦਾਅਵਿਆਂ ਦੀ ਪੋਲ ਖੋਲ ਕਰਦੀਆਂ ਇਹ ਤਸਵੀਰਾਂ ਵੀ ਤੁਹਾਡੇ ਸਾਹਮਣੇ ਨੇ। ਸੋ ਨਜਾਇਜ਼ ਮਾਈਨਿੰਗ ਨੂੰ ਲੈ ਕੇ ਕਾਰਪੋਰੇਸ਼ਨ ਦੇ ਸਵਾਲ ਮੁੱਢ ਤੋਂ ਹੀ ਉੱਠਦੇ ਆਏ ਨੇ। ਸਰਕਾਰਾਂ ਵੱਲੇ ਇੱਕ ਵੱਡੀ ਚੁਣੌਤੀ ਹੈ, ਇੱਕ ਵੱਡਾ ਸਵਾਲ ਵੀ ਹੈ ਕਿ ਆਖਿਰ ਇਹ ਮਾਈਨਿੰਗ ਕਾਰਪੋਰੇਸ਼ਨ ਕਿੱਦਾਂ ਨਹੀਂ ਬਣਦੇ, ਕਿਉਂ ਨਹੀਂ ਇਹ ਮਾਈਨਿੰਗ ਕਾਰਪੋਰੇਸ਼ਨਸ ਬਣਾਏ ਜਾਂਦੇ, ਜਦਕਿ ਹੋਰ ਸੂਬੇ ਨੇ ਜੋ ਇਹਨਾਂ ਕਾਰਪੋਰੇਸ਼ਨਾਂ ਦੇ ਚਲਦਿਆਂ ਇਸ ਮਾਈਨਿੰਗ ਦੇ ਨਾਲ ਕਈ ਗੁਣਾ ਜ਼ਿਆਦਾ ਕਮਾਈ ਕਰ ਰਹੀਆਂ ਨੇ ਤੇ ਸੂਬੇ ਦੀ ਹਾਲਤ ਨੂੰ ਬਿਹਤਰ ਕਰ ਰਹੀਆਂ ਨੇ। ਕੁਦਰਤ ਨਾਲ ਜੋ ਖਿਲਵਾੜ ਹੋ ਰਿਹਾ ਹੈ ਉਹ ਵੀ ਇੱਕ ਵੱਡਾ ਸਵਾਲ ਹੈ, ਕਿਉਂਕਿ ਲਗਾਤਾਰ ਕੁਦਰਤ ਨਾਲ ਹੋ ਰਹੀ ਹੈ ਛੇੜਛਾੜ ਲੋਕਾਂ ਦੇ ਲਈ ਵੀ ਘਾਤਕ ਸਾਬਤ ਹੋ ਰਹੀ ਹੈ। ਇਸ ਮਾਮਲੇ ਤੇ ਗਰਾਊਂਡ ਜ਼ੀਰੋ ਦਾ ਰੁਖ ਕਰ ਲੈਂਦੇ ਆ। ਸਾਡੇ ਸਹਿਯੋਗੀ ਬਜ਼ਮ ਤੇ ਨਿਤਿਕਾ ਸਾਡੇ ਨਾਲ ਜੁੜ ਚੁੱਕੇ ਨੇ। ਨਿਤਿਕਾ, ਤੁਹਾਡੇ ਤੋਂ ਪਹਿਲਾਂ ਆਵਾਂਗੇ, ਤੁਹਾਡੇ ਤੋਂ ਇਹੀ ਜਾਣਨਾ ਚਾਹੁੰਦੇ ਆ ਕਿ ਲੁਧਿਆਣਾ ਮਾਮਲੇ ਦੀ ਗੱਲ ਕਰ ਲਈਏ ਤਾਂ ਪਿੰਡ ਵਾਸੀਆਂ ਵੱਲੋਂ ਇਹ ਇਲਜ਼ਾਮ ਲਗਾਏ ਗਏ ਸਨ ਕਿ ਸੈਸ਼ਨ ਜੱਜ ਤੇ ਡੀਸੀ ਜਦੋਂ ਪਹੁੰਚੇ ਦੌਰਾ ਕਰਨ ਤਾਂ ਇਹਨਾਂ ਖੱਡਾਂ ਨੂੰ ਭਰ ਦਿੱਤਾ ਗਿਆ, ਇੱਥੇ ਪਾਣੀ ਛੱਡ ਦਿੱਤਾ ਗਿਆ। ਅਜਿਹੇ ਦੇ ਵਿੱਚ ਅੱਜ ਜੋ ਰਿਪੋਰਟ ਪੇਸ਼ ਹੋਣੀ ਹੈ ਉਸ ਤੇ ਕਿੰਨਾ ਕੁ ਜੋ ਹੈ ਰਿਲਾਈ ਕੀਤਾ ਜਾ ਸਕਦਾ ਹੈ? देखो ਅੱਜ ਦੀ ਰਿਪੋਰਟ ਕਾਫੀ ਜ਼ਿਆਦਾ ਮਾਇਨੇ ਰੱਖਦੀ ਹੈ ਕਿਉਂਕਿ ਕੋਰਟ ਨੇ 6 ਤੋਂ 7 ਅਜਿਹੇ ਪਿੰਡ ਨੇ ਜਿਹਦਾ ਕਿਹਾ ਸੀਗਾ ਕਿ ਤੁਸੀਂ ਦੌਰਾ ਕਰੋ ਸੈਸ਼ਨ ਜੱਜ ਤੇ ਨਾਲ ਹੀ ਡੀਸੀ ਨੂੰ ਤੇ ਰਿਪੋਰਟ ਸੌਂਪੋ। ਹਾਲਾਂਕਿ ਜਿਹੜੀ ਰਿਪੋਰਟ ਸੌਂਪੀ ਜਾਂਦੀ ਹੈ ਉਸ ਦੇ ਨਾਲ ਹੀ ਜਿਹੜੇ ਪਹਿਲਾਂ ਪਟੀਸ਼ਨਰ ਕੋਰਟ ਵਿੱਚ ਗਏ ਸੀ ਉਹਨਾਂ ਨੇ ਇਹ ਜ਼ਰੂਰ ਕਿਹਾ ਸੀ ਕਿ ਅਸੀਂ ਕੋਰਟ ਨੂੰ ਇਸ ਬਾਰੇ ਵੀ ਰੂਬਰੂ ਕਰਵਾਵਾਂਗੇ ਕਿ ਆਖਿਰ ਕਿਸ ਤਰ੍ਹਾਂ ਜਦੋਂ ਇਨਕੁਆਇਰੀ ਲਈ ਕਹਿ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਖੱਡਾਂ ਨੂੰ ਜਿਹੜਾ ਭਰਨ ਦੀ ਕੋਸ਼ਿਸ਼ ਕੀਤੀ ਗਈ। ਵੀਡੀਓਜ਼ ਉਹਨਾਂ ਵੱਲੋਂ ਬਣਾਈਆਂ ਗਈਆਂ ਨੇ, ਫੋਟੋਜ਼ ਉਹਨਾਂ ਵੱਲੋਂ ਲਈਆਂ ਗਈਆਂ ਨੇ ਤਾਂ ਉਹ ਵੀ ਉਹ ਕੋਰਟ ਦੇ ਸਮਕਸ਼ ਜਿਹੜੇ ਨੇ ਅੱਜ ਰੱਖਣਗੇ। ਪਰ ਅੰਮ੍ਰਿਤਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈਗਾ, ਇਹ ਇਲੀਗਲ ਮਾਈਨਿੰਗ ਦਾ ਲਗਾਤਾਰ ਮਾਮਲੇ ਚੱਲ ਰਹੇ ਨੇ। ਫਰਵਰੀ ਦੇ ਵਿੱਚ ਇੱਕ ਕੇਸ ਦੇ ਦੌਰਾਨ ਦੱਸਿਆ ਗਿਆ ਸੀ ਕੋਰਟ ਨੂੰ ਕਿ ਅਸੀਂ ਹੁਣ ਤੱਕ 49 ਲੋਕਾਂ ਤੇ ਜਿਹੜਾ ਹੈ FIR ਦਰਜ ਕੀਤੀ ਹੈ ਇਲੀਗਲ ਮਾਈਨਿੰਗ ਦੇ ਵਿੱਚ 2020 ਦੇ ਵਿੱਚ, ਯਾਨੀ ਕਿ 1 ਮਹੀਨੇ ਦੇ ਵਿੱਚ ਉਹਨਾਂ ਨੇ ਇਹ ਡਾਟਾ ਦਿੱਤਾ ਸੀ। ਤਾਂ ਕੋਰਟ ਨੇ ਇਹ ਕਿਹਾ ਸੀਗਾ ਕਿ ਤੁਸੀਂ ਤਾਂ NDPS ਕੇਸ ਦੇ ਤਹਿਤ ਮਾਮਲੇ ਵੀ ਦਰਜ ਕਰ ਰਹੇ ਹੋ ਪਰ ਨਸ਼ੇ ਤਾਂ ਨਹੀਂ ਰੁਕੇ, ਉਸੇ ਤਰ੍ਹਾਂ ਅਵੈਧ ਮਾਈਨਿੰਗ ਵੀ ਜਿਹੜੀ ਹੈ ਨਹੀਂ ਰੁਕ ਰਹੀ ਹੈ। ਕੋਰਟ ਦੀ ਖੁਦ ਦੀ ਜਿਹੜੀ ਹੈ ਉਸ ਵੇਲੇ ਆਬਜ਼ਰਵੇਸ਼ਨ ਸੀ। ਉਸ ਤੋਂ ਬਾਅਦ ਲਗਾਤਾਰ ਅਜਿਹੇ ਮਾਮਲੇ ਕੋਰਟ ਦੇ ਅੱਗੇ ਤਾਂ ਆ ਰਹੇ ਨੇ। ਪਰ ਤੁਹਾਨੂੰ ਦੱਸ ਦਈਏ ਕਿ ਇੱਕ ਅੱਜ ਮਾਮਲਾ ਹੈ ਜਿਹਦੇ ਵਿੱਚ ਕੋਰਟ ਨੇ ਕਿਹਾ ਹੈ ਕਿ ਸੈਸ਼ਨ ਜੱਜ ਲੁਧਿਆਣਾ ਤੇ DC ਜਿਹੜੇ ਨੇ ਉਹ 6 ਤੋਂ 7 ਪਿੰਡ ਜਿਹੜੇ ਸਤਲੁਜ ਦਰਿਆ ਤੇ ਪੈਂਦੇ ਨੇ ਜਿੱਥੇ ਇਲੀਗਲ ਮਾਈਨਿੰਗ ਲਗਾਤਾਰ ਹੋ ਰਹੀ ਹੈ ਉਹਦੀ ਰਿਪੋਰਟ ਕੋਰਟ ਨੇ ਕਿਹਾ ਸੀ ਕਿ ਤੁਸੀਂ ਸੌਂਪੋ। ਇਸ ਦੇ ਨਾਲ ਹੀ 14 ਅਗਸਤ ਨੂੰ ਇੱਕ ਹੋਰ ਮਾਮਲੇ ਦੀ ਸੁਣਵਾਈ ਹੈ ਇਸ ਦੇ ਨਾਲ ਹੀ ਜੁੜੀ ਹੋਈ, ਉਹਦੇ ਵਿੱਚ ਕੋਰਟ ਨੇ ਡਾਇਰੈਕਟਰ ਮਾਈਨਸ ਨੂੰ ਬੁਲਾਇਆ ਹੋਇਆ। ਕੋਰਟ 'ਚ ਪੁੱਛਿਆ ਆਖਿਰ ਉਹਨਾਂ ਤੋਂ ਰਿਪੋਰਟ ਤਲਬ ਕੀਤੀ ਹੈ ਕਿ ਆਖਿਰ ਕੰਟਰੋਲ ਕਿਉਂ ਨਹੀਂ ਹੋ ਰਹੀ ਤੇ ਕਿਹਦੀਆਂ ਡਿਊਟੀਆਂ ਤੁਸੀਂ ਲਗਾਈਆਂ ਹੋਈਆਂ ਨੇ, ਕਿਉਂਕਿ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਪੁਲਿਸ ਕੇਸ ਦਰਜ ਕਰ ਦਿੰਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ। ਪਰ ਕੋਰਟ ਦਾ ਕਹਿਣਾ ਸੀਗਾ ਕਿ ਜਿਹੜੇ ਮਾਈਨਸ ਆਫਿਸਰ ਹੈ ਮਾਈਨਿੰਗ ਰੋਕਣ ਲਈ ਰੱਖੇ ਗਏ ਨੇ ਉਹ ਕੀ ਕਾਰਵਾਈ ਕਰਦੇ ਨੇ। ਇਸ ਤੋਂ ਬਾਅਦ ਦੱਸਿਆ ਗਿਆ ਸੀਗਾ ਕੋਰਟ ਨੂੰ ਕਿ ਉਹਨਾਂ ਦੀ ਸਿਕਿਉਰਿਟੀ ਨੂੰ ਕਿਤੇ ਨਾ ਕਿਤੇ ਧਿਆਨ 'ਚ ਰੱਖਦੇ ਹੋਏ ਹੀ ਪੁਲਿਸ ਜਾਂਦੀ ਹੈ। ਪਰ ਕੋਰਟ ਨੇ ਕਿਹਾ ਸੀਗਾ ਕਿ ਮਾਈਨਿੰਗ ਆਫਿਸਰ ਤੇ ਪੁਲਿਸ ਜਿਹੜੀ ਹੈ ਇਕੱਠੇ ਮਿਲ ਕੇ ਕਾਰਵਾਈ ਕਰਨ
ਤੇ ਕੋਰਟ ਨੇ ਇਹ ਵੀ ਕਿਹਾ ਸੀਗਾ ਕਿ ਵੱਡੀਆਂ ਮੱਛਲੀਆਂ ਨੂੰ ਕਿਉਂ ਨਹੀਂ ਫੜਿਆ ਜਾ ਰਿਹਾ, ਕਿਉਂ ਸਿਰਫ ਟਰੱਕ ਡਰਾਈਵਰ ਨੂੰ ਫੜ ਲਿਆ ਜਾਂਦਾ ਹੈ, ਉਸ ਤੋਂ ਬਾਅਦ ਅਨਨੋਨ ਦਾ ਪਰਚਾ ਦਰਜ ਕਰਕੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ। ਤਾਂ ਇਹ ਸਾਰੇ ਸਵਾਲਾਂ ਦੇ ਜਵਾਬ 14 ਅਗਸਤ ਨੂੰ ਜ਼ਰੂਰ ਡਾਇਰੈਕਟਰ ਮਾਈਨਸ ਨੂੰ ਕੋਰਟ ਵਿੱਚ ਦੇਣੇ ਪੈਣਗੇ। ਪਰ ਅੱਜ ਦੀ ਸੁਣਵਾਈ ਵੀ ਕਾਫੀ ਜ਼ਿਆਦਾ ਅਹਿਮ ਹੈ, ਦੇਖਣਾ ਹੋਵੇਗਾ ਸੈਸ਼ਨ ਜੱਜ ਤੇ ਨਾਲ ਹੀ ਡੀਸੀ ਲੁਧਿਆਣਾ ਦੇ ਇਹਨਾਂ ਪਿੰਡਾਂ ਦੀ ਕੀ ਰਿਪੋਰਟ ਜਿਹੜੀ ਹੈ ਉਹ ਦਿੰਦੇ ਨੇ। ਜੀ ਬਜ਼ਮ ਤੁਹਾਡੇ ਕੋਲ ਆਵਾਂਗੇ ਤੇ ਤੁਸੀਂ ਬੜੀ ਬਾਰੀਕੀ ਦੇ ਨਾਲ ਰਿਪੋਰਟ ਵੀ ਤੁਹਾਡੀ ਐਕਸਕਲੂਸਿਵ ਜੋ ਅਸੀਂ ਮੀਡੀਆ ਦੇ ਦਰਸ਼ਕਾਂ ਨੇ ਦੇਖੀ। ਉੱਥੇ ਜਾਣਾ ਆਪਣੇ ਆਪ ਦੇ ਵਿੱਚ ਕਿੱਡਾ ਭਰਿਆ ਜ਼ੋਖਮ ਭਰਿਆ ਲੱਗਦਾ ਹੈ, ਕਿਉਂਕਿ ਪਹਿਲਾਂ ਕਈ ਮਾਮਲੇ ਜਿਹੇ ਸਾਹਮਣੇ ਆਏ ਨੇ ਜਦੋਂ ਉੱਥੇ ਗਏ ਪੱਤਰਕਾਰਾਂ ਤੇ ਪੂਰੀ ਟੀਮ ਤੇ ਹਮਲੇ ਵੀ ਹੋਏ ਨੇ, ਕਈ ਲੋਕਾਂ ਦੇ ਨੁਕਸਾਨ ਵੀ ਹੋਏ ਨੇ, ਜਿਹੇ ਦੇ ਵਿੱਚ ਕਿੰਨਾ ਗਰਾਊਂਡ ਜ਼ੀਰੋ ਤੇ ਜਾ ਕੇ ਇਸ ਚੀਜ਼ ਨੂੰ ਕਵਰ ਕਰਨਾ ਮੁਸ਼ਕਿਲ ਹੈ। ਬਿਲਕੁਲ ਅਮ੍ਰਿਤਾ, ਕਿਉਂਕਿ ਇੱਕ ਵੱਡਾ ਨੈਕਸਸ, ਇੱਕ ਵੱਡਾ ਮਾਫੀਆ ਜਿਹੜਾ ਹੈ ਉਹ ਬਣਿਆ ਹੋਇਆ ਹੈ। ਛੋਟੀ ਜਿਹੀ ਜੇ ਗੱਲ ਦਸੀਏ, ਅਸੀਂ ਸ਼ੁਰੂਆਤ ਤੋਂ ਦੱਸਦੇ ਹਾਂ ਕਿ ਕਿਸ ਤਰੀਕੇ ਨਾਲ ਜਦ ਅਸੀਂ ਪਿੰਡ 'ਚ ਵੜੇ ਤਾਂ ਜਿਹੜੇ ਉਹਨਾਂ ਦੇ ਆਪਸ 'ਚ ਗੁਰਗੇ ਨੇ ਜਿਹੜੇ ਉਹ ਬੈਠੇ ਹੁੰਦੇ ਮਾਫੀਆ ਦੇ, ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕੋਈ ਮੀਡੀਆ ਦੀ ਗੱਡੀ ਚੰਡੀਗੜ੍ਹੋਂ ਆਈ ਹੈ ਤਾਂ ਕਿਤੇ ਨਾ ਕਿਤੇ ਉਹ ਪਹਿਲਾਂ ਹੀ ਅਲਰਟ ਹੋ ਜਾਂਦੇ ਨੇ, ਉਹ ਬੰਦ ਕਰ ਦਿੰਦੇ ਨੇ। ਪਰ ਅਸੀਂ ਇਸ ਤਰੀਕੇ ਨਾਲ ਗਏ, ਪਹਿਲਾਂ ਤਾਂ ਸਾਡਾ ਗੱਡੀ ਦਾ ਚੰਡੀਗੜ੍ਹ ਨੰਬਰ ਸੀ, ਅਸੀਂ ਜਿਹੜਾ ਹੈ ਪ੍ਰੈਸ ਦਾ ਸਟicker ਹਟਾਇਆ, ਸਾਰੇ ਜਿੰਨੇ ਵੀ ਅਸੀਂ ਇਸ ਤਰੀਕੇ ਦੇ ਲਾਏ ਸੀਗੇ। ਉਸ ਤੋਂ ਬਾਅਦ ਇੱਕ ਪਿੰਡ 'ਚ ਵਿਆਹ ਚੱਲ ਰਿਹਾ ਸੀ ਤਾਂ ਅਸੀਂ ਇਸ ਤਰੀਕੇ ਨਾਲ ਗਏ, ਉਸ ਇਲਾਕੇ ਤੋਂ ਗਏ ਤਾਂ ਕਿ ਐਂ ਲੱਗੇ ਕਿ ਅਸੀਂ ਬਰਾਤ 'ਚ ਸ਼ਾਮਿਲ ਹੋਣ ਗਏ ਆ। ਪਰ ਉਸ ਤੋਂ ਬਾਅਦ ਅਸੀਂ ਜਿਹੜਾ ਅਸਲੀ ਜਿਹੜਾ ਰੰਗ ਇਹ ਮਾਫੀਆ ਚਲਾ ਰਿਹਾ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ, ਉਹ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਤੇ ਨਾ ਕਿਤੇ ਬਚਦੇ ਬਚਾਉਂਦੇ ਹੋਏ ਉਸ ਇਲਾਕੇ ਤੋਂ, ਕਿਉਂਕਿ ਜਦ ਗੜ੍ਹ ਸ਼ੰਕਰ ਨੂੰ ਜਾਂਦੇ ਆ, ਗੜ੍ਹ ਸ਼ੰਕਰ ਤੋਂ ਜਦ ਨੰਗਲ ਰੋਡ ਫੜਦੇ ਆ, ਉਸ ਤੋਂ ਬਾਅਦ 3 ਕਿਲੋਮੀਟਰ ਇਹ ਕੋਟ ਪਿੰਡ ਪੈਂਦਾ, ਉਸ ਤੋਂ ਅੰਦਰ ਜਾਂਦਾ ਹੈ ਤਾਂ ਉਹ 3 ਕਿਲੋਮੀਟਰ ਤੋਂ ਪਹਿਲਾਂ ਹੀ ਜਿਹੜੇ ਨੇ ਇਹਨਾਂ ਦੇ ਗੁਰਗੇ ਬੈਠੇ ਨੇ, ਇਹਨਾਂ ਦੇ ਟਿੰਪਰ ਜਿਹੜੇ ਨੇ ਉਹ ਖੜੇ ਨੇ, ਉਹੀ ਦੱਸ ਦਿੰਦੇ ਨੇ ਕਿ ਕੋਈ ਹਲਚਲ ਜਿਹੜੀ ਹੈ ਉਹ ਹੋਣ ਵਾਲੀ ਹੈ, ਕਿਤੇ ਨਾ ਕਿਤੇ ਅਲਰਟ ਹੋ ਜਾਓ। ਪਰ ਉਸ ਸਮੇਂ ਸਾਨੂੰ ਇਹ ਜ਼ਿਆਦਾ ਜ਼ਰੂਰੀ ਸੀਗਾ ਕਿ ਲੋਕਾਂ ਨੂੰ ਜਿਹੜਾ ਉਹ ਦਿਖਾਇਆ ਜਾਏ ਕਿ ਕਿਸ ਤਰੀਕੇ ਨਾਲ ਹਜੇ ਵੀ ਇਹ ਜਿਹੜਾ ਮਾਈਨਿੰਗ ਮਾਫੀਆ ਹੈ ਉਹ ਚੱਲ ਰਿਹਾ ਹੈ, ਇਸ ਕਰਕੇ ਸਾਨੂੰ ਇਸ ਤਰੀਕੇ ਨਾਲ ਜਾਣਾ ਪਿਆ। ਪਰ ਅਸੀਂ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿੱਥੇ ਮਾਈਨਿੰਗ ਚੱਲ ਰਹੀ ਸੀ ਅਸੀਂ ਪਹਿਲਾਂ ਤਾਂ ਛੁਪ ਕੇ ਗਏ ਉੱਥੇ ਤਾਂ ਕਿ ਕੈਮਰੇ 'ਚੋਂ ਇਹ ਚੀਜ਼ ਜਿਹੜੀ ਰਿਕਾਰਡਿੰਗ ਜਿਹੜੀ ਹੈ ਉਹ ਕੈਦ ਹੋ ਜਾਏ ਕਿ ਕਿਸ ਤਰੀਕੇ ਨਾਲ ਹਜੇ ਵੀ ਕਰੇਨਾਂ ਚੱਲ ਰਹੀਆਂ ਨੇ, ਟਿੱਪਰ ਭਰ ਰਹੇ ਨੇ। ਤੇ ਨਾਲ ਦੇ ਨਾਲ ਉਸ ਤੋਂ ਬਾਅਦ ਜਦ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਉੱਥੇ, ਜਦ ਉਹਨਾਂ ਨੇ ਅਸੀਂ ਇਹਨੂੰ ਟਰੈਕ ਕਰ ਲਿਆ, ਉਸ ਤੋਂ ਬਾਅਦ ਉਹਨਾਂ ਨੇ ਕੰਮ ਉਸੇ ਸਮੇਂ ਰੋਕਤਾ। ਉਹਨਾਂ ਨੇ ਆਪਣੇ ਲੋਕ ਨੇ ਜਿਹੜੇ ਨੇ ਉਹਨਾਂ ਨੂੰ ਫੋਨ ਕਰਨਾ ਸ਼ੁਰੂ ਕਰਤਾ ਤੇ ਉਸ ਤੋਂ ਬਾਅਦ ਉਹਨਾਂ ਦੇ ਲੋਕ ਨੇ, ਉਹਨਾਂ ਦੇ ਦੱਸਿਆ ਜਾਂਦਾ ਕਿ ਉਹ ਮਾਲਿਕ ਵੀ ਸੀ ਜਿਹੜੇ ਕਿ ਬਾਅਦ 'ਚ ਆਏ। ਜਦ ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਹਿੰਦੇ ਸਾਡੇ ਤੁਹਾਡੇ ਪਿੱਛੇ ਹੀ ਜਿਹੜੇ ਨੇ ਉਹ ਮਾਲਿਕ ਖੜੇ ਨੇ, ਉਹ ਆ ਗਏ ਨੇ। ਯਾਨੀ 2 ਮਿੰਟ ਦੇ ਅੰਦਰ ਅੰਦਰ ਜਿਹੜੇ ਨੇ ਉਹ ਮਾਲਕ ਉੱਥੇ ਪਹੁੰਚ ਵੀ ਗਏ, ਯਾਨੀ ਅਲਰਟ ਜਿਹੜਾ ਹੈ ਉਹ ਉਸੇ ਟਾਈਮ ਹੋ ਗਿਆ, ਉਸੇ ਟਾਈਮ ਫੋਨ ਘਮਾਣੇ ਸ਼ੁਰੂ ਕਰਤੇ ਤੇ ਉਸ ਤੋਂ ਬਾਅਦ ਉਹਨਾਂ ਦੇ ਹੋਰ ਲੋਕ ਜਿਹੜੇ ਨੇ ਉਹ ਆਣੇ ਸ਼ੁਰੂ ਕਰਤੇ ਸੀਗੇ। ਉਸ ਤੋਂ ਬਾਅਦ ਜਦ ਅਸੀਂ ਅੱਗੇ ਨੂੰ ਗਏ, ਅੱਗੇ ਜਿਹੜਾ ਹੈ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਅਸੀਂ ਜਿਹੜਾ ਹੈ ਮੀਡੀਆ ਦੀ ਟੀਮ ਇੱਥੇ ਪਹੁੰਚ ਰਹੀ ਹੈ। ਉਸ ਤੋਂ ਬਾਅਦ ਜਿਵੇਂ ਉਹਨਾਂ ਨੇ ਗੱਡੀਆਂ ਦੇਖੀਆਂ, ਅਸੀਂ ਕੈਮਰੇ ਤੋਂ ਰਿਕਾਰਡਿੰਗ ਉਸੇ ਸਮੇਂ ਸ਼ੁਰੂ ਕਰਤੀ। ਉਸ ਤੋਂ ਬਾਅਦ ਜਿਹੜਾ ਹੈ ਉਹ ਸਟੋਨ ਕ੍ਰੈਸ਼ਰ ਉੱਥੇ ਬੰਦ ਕਰਤਾ। ਪਰ ਸਭ ਤੋਂ ਵੱਡਾ ਸਵਾਲ ਜਿਹੜਾ ਹੈ ਉਹ ਸਟੋਨ ਕ੍ਰੈਸ਼ਰ ਜਿੱਥੇ ਚੱਲ ਰਿਹਾ ਸੀ ਉਸ ਦੇ ਆਸ-ਪਾਸ ਦੇ ਇਲਾਕੇ ਦੀ ਗੱਲ ਕਰੀਏ, ਸਭ ਤੋਂ ਵੱਡਾ ਸਵਾਲ, ਕਿਉਂਕਿ ਜਿਸ ਤਰੀਕੇ ਨਾਲ ਸਾਡੀ ਸਹਿਯੋਗੀ ਨੀਤਿਕਾ ਮਹੇਸ਼ਵਰੀ ਦੱਸ ਰਹੀ ਸੀ ਕਿ ਲੁਧਿਆਣੇ 'ਚ ਜੋ ਆਰੋਪ ਪਿੰਡ ਵਾਲੇ ਲਾ ਰਹੇ ਨੇ ਕਿ ਉੱਥੇ ਖੱਡਾ ਖੋਦ ਕੇ ਜਿਹੜੀ ਉਹ ਮਿੱਟੀ ਭਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਪਾਣੀ ਪਾਇਆ ਜਾਂਦਾ ਹੈ, ਉਹੀ ਹਾਲ ਜਿਹੜਾ ਹੈ ਬਲਾਚੌਰ 'ਚ ਦੇਖਣ ਨੂੰ ਮਿਲਿਆ। ਕਰੀਬ 2 ਤੋਂ 3 ਕਿਲੋਮੀਟਰ ਤੱਕ ਜਿਹੜੀ ਖੱਡਾ ਖੋਦ ਰੱਖਿਆ, ਇਹਨੇ ਇਹ ਵੀ ਨਹੀਂ ਦੱਸਿਆ ਜਾ ਸਕਦਾ ਉਹ ਕਿੰਨੀਆਂ ਗਹਿਰੀਆਂ ਨੇ, 25-25 ਫੁੱਟ, 30-30 ਫੁੱਟ, 50 ਫੁੱਟ, ਕੁਝ ਕਹਿ ਨਹੀਂ ਜਾ ਸਕਦਾ। ਪਰ ਇੰਨਾ ਜ਼ਰੂਰ ਦੇਖਿਆ ਜਾ ਸਕਦਾ ਜਿਹੜੀ ਕੰਢੀ ਜ਼ਮੀਨ ਹੈ ਉੱਥੇ ਪੂਰੇ ਤਰੀਕੇ ਨਾਲ ਜਿਹੜੀ ਹੈ ਉਹ ਮਿੱਟੀ ਪਾਈ ਗਈ ਹੈ। ਯਾਨੀ ਕਿਸ ਤਰੀਕੇ ਨਾਲ ਜਿਹੜਾ ਨੇਚਰ ਦਾ, ਸਾਡੀ ਪ੍ਰਕਿਰਤੀ ਦਾ ਘਾਣ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ। ਪਾੜ ਕੇ ਜਿਹੜੀ ਹੈ ਉੱਥੇ ਸਿਰਫ ਨਾਰਮਲ ਮਿੱਟੀ ਪਾਈ ਜਾਂਦੀ ਹੈ, ਉਹ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਤੇ ਨਾਲ ਦੇ ਨਾਲ ਇਹ ਸਬੂਤ ਵੀ ਸਾਹਮਣੇ ਦੇਖਣ ਨੂੰ ਮਿਲਿਆ ਕਿ ਉੱਥੇ ਜਿਹੜੇ ਮਿੱਟੀ ਦੇ ਟਿੱਲੇ ਪਏ ਸੀਗੇ, ਯਾਨੀ ਜਿੱਥੇ ਵੀ ਖੋਦਦੇ ਨੇ ਉਸ ਤੋਂ ਬਾਅਦ ਉਹ ਮਿੱਟੀ ਦਾ ਟਿੱਲਾ ਜਿਹੜਾ ਹੈ ਉਹ ਉਧਰਲੇ ਪਾਸੇ ਪਾ ਦਿੰਦੇ ਨੇ ਤੇ ਇਹ ਤਰੀਕੇ ਦੇ ਸਬੂਤ ਜਿਹੜੇ ਨੇ ਉਹ ਸਾਹਮਣੇ ਮਿਲੇ। ਪਰ ਸਭ ਤੋਂ ਜ਼ਿਆਦਾ ਮਦਦ ਜਿਹੜੀ ਹੈ ਉਹ ਪਿੰਡ ਵਾਲੇ, ਕਿਉਂਕਿ ਆਪਸ 'ਚ ਇਕੱਠੇ ਹੋਏ, ਉਹਨਾਂ ਨੇ ਦੱਸਿਆ ਕਿ ਅਸੀਂ ਪਿਛਲੇ 3 ਤੋਂ 4 ਸਾਲ ਤੋਂ ਜਿਹੜਾ ਹੈ ਉਹ ਸੰਘਰਸ਼ ਕਮੇਟੀ 'ਚ ਵੀ ਹਾਂ ਇਹ ਜਿਹੜੀ ਨਜਾਇਜ਼ ਮਾਈਨਿੰਗ ਹੈ ਉਹਦਾ ਸੰਘਰਸ਼ ਕਰ ਰਹੇ ਹਾਂ ਕਿ ਇਹ ਸਾਰੇ ਕੁਝ ਬੰਦ ਹੋਏ। ਇੱਥੇ ਤੱਕ ਕਿ ਬੁਰਾ ਹਾਲ ਹੈ ਕਿ ਉਹਨਾਂ ਨੇ ਪਿੰਡ ਵਾਲਿਆਂ ਨੇ ਕੁਝ ਸਮਾਂ ਪਹਿਲਾਂ ਹੀ ਜਿਹੜਾ ਹੈ ਉਹ ਕੈਂਡਲ ਮਾਰਚ ਵੀ ਇਧਰਲੇ ਪਾਸੇ ਨੂੰ ਨਿਕਾਲਿਆ ਸੀ ਕਿ ਇਹ ਜਿਹੜਾ ਘਾਣ ਤੁਸੀਂ ਕਰ ਰਹੇ ਹੋ, ਇਹ ਜਿਹੜੀ ਮਿੱਟੀ ਤੁਸੀਂ ਖੋਦ ਰਹੇ ਹੋ, ਇਹ ਸਾਰਾ ਤੁਸੀਂ ਜਿਹੜੀ ਧਰਤੀ ਨੂੰ ਚੀਰ-ਫਾੜ ਕਰ ਰਹੇ ਹੋ, ਇਹਨੂੰ ਬੰਦ ਕਰੋ। ਪਰ ਉਸ ਤੋਂ ਬਾਅਦ ਵੀ ਕੋਈ ਅਸਰ ਨਹੀਂ ਹੋਇਆ। ਪਰ ਵੱਡਾ ਸਵਾਲ ਇਹ ਵੀ ਨਾਲ ਖੜਾ ਹੋ ਰਿਹਾ ਹੈ ਕਿ ਜੇ ਮਾਈਨਿੰਗ ਵਿਭਾਗ ਇਹ ਕਹਿ ਰਿਹਾ ਹੈ ਕਿ ਜਿਹੜੀ ਕਿਸੇ ਵੀ ਤਰੀਕੇ ਦੀ ਇਲੀਗਲ ਮਾਈਨਿੰਗ ਹੀ ਹੋ ਰਹੀ, ਤੇ ਜੇ ਮੀਡੀਆ ਦੀ ਟੀਮ ਉੱਥੇ ਜਾ ਕੇ ਪਹੁੰਚ ਸਕਦੀ ਹੈ, ਐਕਸਕਲੂਸਿਵ ਰਿਪੋਰਟਿੰਗ ਕਰ ਸਕਦੀ ਹੈ, ਦਿਖਾ ਸਕਦੀ ਹੈ ਆਪਣੇ ਦਰਸ਼ਕਾਂ ਨੂੰ ਕਿ ਕਿਸ ਤਰੀਕੇ ਨਾਲ ਹਜੇ ਵੀ ਮਾਈਨਿੰਗ ਚੱਲ ਰਹੀ ਹੈ, ਤੇ ਹਜੇ ਤੱਕ ਮਾਈਨਿੰਗ ਵਿਭਾਗ ਕਿਉਂ ਨਹੀਂ ਪਹੁੰਚਿਆ, ਹਜੇ ਤੱਕ ਸਰਕਾਰ ਕੀ ਕਰ ਰਹੀ ਹੈ, ਹਜੇ ਤੱਕ ਪ੍ਰਸ਼ਾਸਨ ਕੀ ਕਰ ਰਿਹਾ ਹੈ। ਇਸੇ ਨਾਲ ਹੀ ਅਨੰਦਪੁਰ ਸਾਹਿਬ 'ਚ ਵੀ ਜਿਸ ਤਰ੍ਹਾਂ ਅਸੀਂ ਪਹੁੰਚੇ, ਉੱਥੇ ਪਤਾ ਲੱਗਿਆ ਜਦ ਅਸੀਂ ਜਿਹੜੇ ਸੋਸ਼ਲ ਐਕਟਿਵਿਸਟ ਨੇ, ਆਰਟੀ ਐਕਟਿਵਿਸਟ ਨੇ, ਉਹਨਾਂ ਨਾਲ ਗੱਲ ਕੀਤੀ, ਮਿਸਟਰ ਚੱਡਾ, ਉਹਨਾਂ ਨੇ ਵੀ ਸਾਫ਼ ਤੌਰ ਤੇ ਦੱਸਿਆ ਕਿ ਕਿਸ ਤਰੀਕੇ ਨਾਲ ਪਿਛਲੇ ਕਾਫੀ ਸਮੇਂ ਤੋਂ, ਯਾਨੀ 2018 ਤੋਂ ਉਹਨਾਂ ਨੇ ਜਿਹੜੀ ਹੈ ਐਨਜੀਟੀ 'ਚ ਇਹ ਪਲੀ ਪਾਈ ਸੀ ਕਿ ਇਹ ਜਿਹੜੀ ਇਹ ਗੱਲ ਰੱਖੀ ਸੀ ਕਿ ਅਨੰਦਪੁਰ ਸਾਹਿਬ ਰੋਪੜ ਦੇ ਇਲਾਕੇ 'ਚ ਜਿਹੜੀ ਹੈ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਜਦ ਉਸ ਤੋਂ ਬਾਅਦ ਚੈਕਿੰਗ ਕੀਤੀ ਗਈ, ਐਨਜੀਟੀ ਨੇ ਸਾਫ਼ ਤੌਰ ਤੇ ਪਾਇਆ ਕਿ ਉੱਥੇ ਜਿਹੜੀ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ।
ਤੇ ਉਸ ਤੋਂ ਬਾਅਦ 2 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। 316 ਜਾਂ 320 ਕਰੋੜ ਰੁਪਏ ਜਿਹੜਾ ਹੈ ਉਹ ਇਹ ਜਿਹੜੇ ਠੇਕੇਦਾਰ ਨੇ, ਇਹ ਜਿਹੜਾ ਨੈਕਸਸ ਹੈ ਇਹਨਾਂ ਤੋਂ ਵਸੂਲੇ ਜਾਣ। ਪਰ ਨਾਲ ਦੇ ਨਾਲ ਪੰਜਾਬ ਸਰਕਾਰ ਨੂੰ ਵੀ ਆਰਡਰ ਦਿੱਤੇ ਗਏ ਸੀ ਜਿਹੜੇ ਇਹਨਾਂ ਦੇ ਵਿਭਾਗ ਨੇ, ਮਾਈਨਿੰਗ ਵਿਭਾਗ ਹੈ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਹੈ ਜਾਂ ਸੈਂਟਰਲ ਬੋਰਡ ਹੈ, ਉਹਨਾਂ ਤੇ ਕਿ ਇਹਨਾਂ ਦੇ ਜਿਹੜੇ ਠੇਕੇਦਾਰ ਨੇ ਉਹਨਾਂ ਨੂੰ ਬਲੈਕ ਲਿਸਟ ਕੀਤਾ ਜਾਏ। ਪਰ ਨਾਲ ਦੇ ਨਾਲ ਜਿਹੜਾ ਪ੍ਰਸ਼ਾਸਨ ਉਸ ਸਮੇਂ ਉੱਥੇ ਸੀਗਾ, ਜਿਨ੍ਹਾਂ ਦੀ ਅੱਖਾਂ ਦੇ ਸਾਹਮਣੇ ਇਹ ਸਾਰਾ ਕੁਝ ਹੋਇਆ ਪਰ ਉਹ ਕੁਝ ਨਾ ਕਰ ਸਕੇ, ਉਹਨਾਂ ਤੇ ਵੀ ਕਾਰਵਾਈ ਕਰਨੀ ਜਿਹੜੀ ਹੈ ਉਹ ਬਣਦੀ ਹੈ। 2 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਪਰ 2020 ਹੋ ਗਿਆ, ਅੱਜ ਤੱਕ ਕੁਝ ਨਹੀਂ ਹੋ ਸਕਿਆ। ਜਿਸ ਤੋਂ ਬਾਅਦ ਆਰਟੀਆਈ ਐਕਟਿਵਿਸਟ ਨੇ ਇੱਕ ਹੋਰ ਜਿਹੜੀ ਹੈ ਉਹ ਪਲੀ ਪਾਈ, ਜਿਹਦੇ ਵਿੱਚ ਸਾਫ਼ ਤੌਰ ਤੇ ਕਿਹਾ ਕਿ ਹਜੇ ਤੱਕ ਉਲੰਘਣਾ ਜਿਹੜੀ ਹੈ ਉਹ ਐਨਜੀਟੀ ਦੇ ਆਰਡਰਸ ਦੀ ਕੀਤੀ ਗਈ ਹੈ। ਜਿਸ ਤੋਂ ਬਾਅਦ ਇੱਕ ਐਗਜ਼ੈਂਪਲਰੀ ਜਿਹੜਾ ਹੈ ਉਹ ਆਰਡਰ ਪਾਸ ਕੀਤਾ ਗਿਆ ਤਾਂ ਕਿ ਸਬਕ ਸਿਖਾਉਣ ਦੀ ਜਿਹੜੀ ਹੈ ਉਹ ਜ਼ਰੂਰਤ ਹੈ ਇਹੋ ਜਿਹੇ ਪ੍ਰਸ਼ਾਸਨ ਨੂੰ, ਇਹੋ ਜਿਹੇ ਜਿਹੜੇ ਨੈਕਸਸ ਚਲਾਉਂਦੇ ਨੇ ਠੇਕੇਦਾਰ ਨਜਾਇਜ਼ ਮਾਈਨਿੰਗ ਦਾ। ਤੇ ਉਸ ਤੋਂ ਬਾਅਦ 632 ਕਰੋੜ ਰੁਪਏ ਯਾਨੀ ਡਬਲ ਕਰ ਦਿੱਤੀ ਅਮਾਉਂਟ, 632 ਕਰੋੜ ਰੁਪਏ ਜਿਹੜਾ ਹੈ ਉਹ ਵਸੂਲਣ ਦੀ ਗੱਲ ਆਖੀ ਗਈ ਹੈ। ਪਰ ਨਾਲ ਦੇ ਨਾਲ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਕਿਹਾ ਗਿਆ ਇਸ ਵਾਰ ਕਿ ਤੁਸੀਂ ਜਿਹੜਾ ਹੈ ਇਹ ਪੈਸਾ ਜਿਹੜਾ ਹੈ ਇਹ ਹਰਜਾਨਾ ਜਿਹੜਾ ਹੈ ਉਹ ਵਸੂਲ ਕਰਨਾ ਹੈ। ਪਰ ਨਾਲ ਦੇ ਨਾਲ ਹਜੇ ਤੱਕ ਜਿਹੜਾ ਪ੍ਰਸ਼ਾਸਨ ਉਸ ਸਮੇਂ ਸੀਗਾ, ਜਿਹੜਾ ਪ੍ਰਸ਼ਾਸਨ ਹੁਣ ਵੀ ਹੈ, ਉਹਦੇ ਖਿਲਾਫ ਕੋਈ ਕਾਰਵਾਈ ਜਿਹੜੀ ਹੈ ਉਹ ਨਹੀਂ ਹੋਈ ਹੈ ਕਿਉਂਕਿ ਅਸੀਂ ਉੱਥੇ ਜਾ ਕੇ ਗਰਾਊਂਡ ਰਿਪੋਰਟ ਕੀਤੀ ਹੈ ਤੇ ਹਜੇ ਵੀ ਯਾਨੀ ਇਹ 2018 ਦੀ ਗੱਲ ਹੈ, ਉਸ ਤੋਂ ਬਾਅਦ 2020 ਹੋ ਗਿਆ, ਹੁਣੇ ਤੱਕ ਜਿਹੜਾ ਹੈ ਜਦ 632 ਕਰੋੜ ਰੁਪਏ ਹੋ ਗਿਆ ਵਸੂਲੇ ਜਾਣ ਦੀ ਗੱਲ ਹੋ ਗਈ ਡਬਲ ਅਮਾਉਂਟ, ਤਾਂ ਵੀ ਉੱਥੇ ਟਿੱਪਰ ਜਿਹੜੇ ਨੇ ਉਹ ਚੱਲ ਰਹੇ ਨੇ। ਤੇ ਸਾਫ਼ ਤੌਰ ਤੇ ਦਿਖਦਾ ਹੈ ਕਿ ਉੱਥੇ ਰਾਤ ਨੂੰ ਕਿਸ ਤਰੀਕੇ ਨਾਲ ਜਿਹੜਾ ਹੈ ਉੱਥੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਤੇ ਨਾਲ ਦੇ ਨਾਲ ਸਿਰਫ 50 ਮੀਟਰ 100 ਮੀਟਰ ਵੀ ਨਹੀਂ, 50 ਮੀਟਰ ਦੀ ਦੂਰੀ ਤੇ ਸਟੋਨ ਕ੍ਰਸ਼ਰ ਲਾਏ ਗਏ ਨੇ ਤਾਂ ਕਿ ਉੱਥੋਂ ਹੀ ਨਾਜਾਇਜ਼ ਮਾਈਨਿੰਗ ਕਰਕੇ ਉੱਥੇ ਹੀ ਜਿਹੜਾ ਹੈ ਸਟੋਨ ਕ੍ਰਸ਼ਰ ਦੀ ਮਦਦ ਤੋਂ ਸਾਰਾ ਕੁਝ ਪੱਥਰ ਤੋੜਿਆ ਜਾਏ ਤੇ ਉਸ ਤੋਂ ਬਾਅਦ ਵੱਖ-ਵੱਖ ਕਰਕੇ ਹਿੱਸਿਆਂ 'ਚ ਭਿਜਵਾਇਆ ਜਾਏ। ਇਸ ਤਰੀਕੇ ਦਾ ਨਾਜਾਇਜ਼ ਧੰਦਾ ਜਿਹੜਾ ਹੈ ਉਹ ਚੱਲ ਰਿਹਾ। ਪਰ ਨਾਲ ਦੇ ਨਾਲ ਕਿਉਂਕਿ ਸਰਕਾਰ ਜਿਹੜੀ ਹੈ, ਪ੍ਰਸ਼ਾਸਨ ਹੈ, ਪੁਲਿਸ ਪ੍ਰਸ਼ਾਸਨ, ਉਹ ਨਾਕੇਬੰਦੀ ਕਰ ਦਿੰਦਾ ਹੈ, ਇਹ ਦਿਖਾ ਦਿੰਦਾ ਹੈ ਕਿ 2 ਤੋਂ 3 ਟਿੱਪਰ ਜਿਹੜੇ ਨੇ ਉਹ ਅਸੀਂ ਫੜ ਲਏ ਨੇ, ਹਰ ਰੋਜ਼ ਫੜ ਲਏ ਨੇ, ਪਰ ਜਿਹੜੀ ਵੱਡੀਆਂ ਮਛਲੀਆਂ ਨੇ ਉਹ ਨਹੀਂ ਫੜੀ ਗਈਆਂ। ਪਰ ਨਾਲ ਦੇ ਨਾਲ ਸਾਡੇ ਸਹਿਯੋਗੀ ਬਿਮਲ ਕੁਮਾਰ ਵੀ ਉੱਥੇ ਸੀਗੇ, ਉਹਨਾਂ ਨੇ ਦੱਸਿਆ ਕਿ ਜਿਹੜਾ ਸਤਲੁਜ ਬੈਂਕ ਹੈ ਉਹਦੇ ਵਿੱਚ ਜਾ ਕੇ ਉਹਨਾਂ ਨੇ ਮਿੱਟੀ ਭਰ ਦਿੱਤੀ ਹੈ ਤੇ ਉਸ ਤੋਂ ਬਾਅਦ ਉੱਥੋਂ ਜਿਹੜੇ ਅੱਧੀ ਰਾਤ ਨੂੰ ਟਿੱਪਰ ਜਿਹੜੇ ਨੇ ਉਹ ਨਿਕਲਦੇ ਨੇ, ਯਾਨੀ ਕਾਫੀ ਤਾਦਾਦ ਚ ਟਿੱਪਰ ਜਿਹੜੇ ਨੇ ਉਹ ਤਾਂ ਉਧਰੋਂ ਪਾਸਿਓਂ ਨਿਕਲ ਜਾਂਦੇ ਨੇ ਤੇ ਉਹਨਾਂ ਨੂੰ ਕਿਸ ਤਰੀਕੇ ਦਾ ਫੜਨ ਦਾ ਇੰਤਜ਼ਾਮ ਹੈ ਇਹ ਵੀ ਦੇਖਣਾ ਹੋਏਗਾ। ਪਰ ਨਾਲ ਦੇ ਨਾਲ ਹਜੇ ਤੱਕ ਜਿਹੜੀ ਵੱਡੀ ਮਛਲੀਆਂ ਨੇ ਉਹ ਕਿਸੇ ਵੀ ਤਰੀਕੇ ਨਾਲ ਗ੍ਰਿਫਤ ਜਿਹੜੀਆਂ ਉਹ ਨਹੀਂ ਆਈਆਂ। ਤੇ ਨਾਲ ਦੇ ਨਾਲ ਜਿਹੜੀ ਵਸੂਲੀ ਕਰਨੀ ਹੈ ਹੁਣ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ 632 ਕਰੋੜ ਰੁਪਏ ਦੀ, ਉਹ ਕਿਸ ਤਰੀਕੇ ਨਾਲ ਕਰੇਗੀ ਕਿਉਂਕਿ ਪਿਛਲੇ 2018 ਚ 2 ਮਹੀਨੇ ਦਾ ਟਾਈਮ ਦਿੱਤਾ ਗਿਆ ਸੀ, ਉਹ 350 ਕਰੋੜ 320 ਕਰੋੜ ਦੇ ਕਰੀਬ ਜਿਹੜੀ ਵਸੂਲੀ ਕਰਨੀ ਸੀ ਉਹ ਨਹੀਂ ਹੋਈ। ਤਾਂ ਹੁਣ ਇਹ ਡਬਲ ਅਮਾਉਂਟ ਕਿਸ ਤਰ੍ਹਾਂ ਕੀਤੀ ਜਾਏਗੀ। ਪਰ ਨਾਲ ਦੇ ਨਾਲ ਜਿਹੜੇ ਪ੍ਰਸ਼ਾਸਨ ਦੇ ਲੋਕ ਨੇ, ਜਿਹੜੇ ਆਪਣੇ ਵਿਭਾਗ ਦੇ ਲੋਕ ਨੇ, ਜਿਹੜੇ ਹਜੇ ਤੱਕ ਕੋਈ ਵੀ ਜਿਹੜਾ ਹੈ ਐਕਸ਼ਨ ਨਹੀਂ ਲੈ ਸਕੇ, ਉਹਨਾਂ ਤੇ ਕੀ ਕਾਰਵਾਈ ਹੋਏਗੀ ਇਹ ਵੀ ਦੇਖਣਾ ਹੋਏਗਾ। ਜੀ ਨਿਤਿਕਾ, ਜੇ ਕਾਨੂੰਨੀ ਦਾਅਵੇ 'ਚ ਇਸ ਦੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਮਾਈਨਿੰਗ ਨੂੰ ਲੈ ਕੇ ਲਗਾਤਾਰ ਐਨਜੀਟੀ ਵੱਲੋਂ ਕਈ ਵਾਰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵਸੂਲੀ ਕਰਨ ਦੇ ਲਈ ਕਿਹਾ ਜਾਂਦਾ ਹੈ ਪਰ ਇਹ ਵਸੂਲੀ ਹੁੰਦੀ ਨਹੀਂ ਹੈ। ਕਈ ਸਾਲ ਬੀਤ ਜਾਂਦੇ ਨੇ ਕਿ ਇਹੀ ਸਿਆਸੀ ਸ਼ੈ ਇਸ ਨੂੰ ਮੰਨਿਆ ਜਾਏ ਜੋ ਇਹਨਾਂ ਨੂੰ ਮਿਲਦੀ ਹੈ ਤੇ ਇਹੀ ਕਾਰਨ ਮੰਨਿਆ ਜਾਏ ਕਿ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ, ਜਾਂ ਫਿਰ ਕਾਰਨ ਉਸ ਨੂੰ ਵੀ ਮੁੱਖ ਮੰਨਿਆ ਜਾਏ ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਪੁਲਿਸ ਨੂੰ ਤੇ ਜੋ ਮਾਈਨਿੰਗ ਆਫੀਸਰਸ ਨੇ ਮਿਲ ਕੇ ਉਹਨਾਂ ਨੂੰ ਕਾਰਵਾਈ ਕਰਨ ਦੀ ਜ਼ਰੂਰਤ ਹੈ। ਕਿਤੇ ਨਾ ਕਿਤੇ ਕੱਲਿਆਂ ਜਦੋਂ ਮਾਈਨਿੰਗ ਆਫੀਸਰਸ ਪਹੁੰਚਦੇ ਨੇ ਤਾਂ ਉਹਨਾਂ ਕੋਲੇ ਉਸ ਤਰ੍ਹਾਂ ਦੀ ਉਹ ਪ੍ਰਿਪੇਰੇਸ਼ਨ ਨਹੀਂ ਹੁੰਦੀ ਤੇ ਜਦੋਂ ਪੁਲਿਸ ਜਾਂਦੀ ਹੈ ਤਾਂ ਮਾਈਨਿੰਗ ਅਫਸਰ ਦਾ ਅਭਾਵ ਕਿਤੇ ਨਾ ਕਿਤੇ ਉਹਨਾਂ ਨੂੰ ਸ਼ਹਿ ਦੇ ਜਾਂਦਾ ਹੈ। ਜੀ ਬਿਲਕੁਲ ਅੰਮ੍ਰਿਤਾ, ਜੇ ਇਹ ਗੱਲ ਕਹੀਏ ਕਿ ਲੀਡਰਸ ਦੀ ਸ਼ਹਿ ਇਹਨਾਂ ਨੂੰ ਮਿਲੀ ਹੁੰਦੀ ਹੈ, ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਵੇਗਾ ਕਿਉਂਕਿ ਤੁਸੀਂ ਕਿਤੇ ਵੀ ਚਲੇ ਜਾਓ ਪੰਜਾਬ ਦੇ ਜਿਸ ਏਰੀਆ 'ਚ ਹੋ ਸਕਦੀ ਹੈ ਮਾਈਨਿੰਗ ਉੱਥੇ ਹੋ ਰਹੀ ਹੈ ਕਿਉਂਕਿ ਪਹਿਲਾਂ ਵੀ ਜਦੋਂ ਸਰਕਾਰਾਂ ਬਦਲਦੀਆਂ ਰਹੀਆਂ ਨੇ ਪਰ ਮਾਈਨਿੰਗ ਰੁਕੀ ਨਹੀਂ। ਹਾਲਾਂਕਿ ਕੋਰਟ ਦੇ ਵਿੱਚ ਏਜੀ ਪੰਜਾਬ ਨੇ ਇਹ ਦਲੀਲ ਦਿੱਤੀ ਸੀ, ਕਿਹਾ ਸੀ ਕਿ ਡਿਮਾਂਡ ਜਿਹੜੀ ਹੈ ਉਹ ਜ਼ਿਆਦਾ ਹੈ, ਸਪਲਾਈ ਘੱਟ ਹੈ, ਇਹੀ ਕਾਰਨ ਹੈ ਕਿ ਇਲੀਗਲ ਮਾਈਨਿੰਗ ਹੋ ਰਹੀ ਹੈ। ਪਰ ਇਲੀਗਲ ਮਾਈਨਿੰਗ ਕਿਉਂ ਕੀਤੀ ਜਾ ਰਹੀ ਹੈ, ਕੋਰਟ ਇਸ ਨੂੰ ਲੈ ਕੇ ਕਈ ਵਾਰ ਸਵਾਲ ਕਰ ਚੁੱਕਿਆ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ SIT ਗਠਿਤ ਕਰਨ ਨੂੰ ਲੈ ਕੇ ਵੀ ਸਵਾਲ ਖੜੇ ਹੋਏ ਸੀ। ਕੋਰਟ ਨੇ ਕੁਝ ਨਾਂ ਜਿਹੜੇ ਆ ਉਹ ਮੰਗੇ ਸੀ ਪੰਜਾਬ ਸਰਕਾਰ ਤੋਂ ਕਿ ਤੁਸੀਂ ਸਾਨੂੰ ਓਨੈਸਟ ਆਫੀਸਰਸ ਦੇ ਨਾਂ ਦੱਸੋ ਜਿਹੜੇ ਇਲੀਗਲ ਮਾਈਨਿੰਗ ਪੰਜਾਬ ਦੇ ਵਿੱਚ ਰੋਕ ਸਕਦੇ ਨੇ। ਕਈ ਨਾਮ ਕੋਰਟ ਨੂੰ ਦਿੱਤੇ ਵੀ ਹੋਏ ਨੇ, ਹਾਲਾਂਕਿ ਫਾਈਨਲਾਈਜ਼ ਕਰਨੀ ਹਾਲੇ ਲਿਸਟ ਬਾਕੀ ਹੈ। ਪਰ ਜਦੋਂ SIT ਬਣ ਜਾਏਗੀ ਹੋ ਸਕਦਾ ਹੈ ਕਿ ਕੁਝ ਨਾ ਕੁਝ ਕੰਟਰੋਲ ਜਿਹੜਾ ਹੈ ਇਸ ਤੇ ਆ ਸਕੇ ਕਿਉਂਕਿ ਸਿਰਫ ਸੁਜੈਸ਼ਨ ਵੀ ਜਿਹੜੇ ਹੈ ਉਹ ਮੰਗੇ ਗਏ ਸੀ, ਸੁਜੈਸ਼ਨ ਵੀ ਕੋਰਟ ਨੂੰ ਦਿੱਤੇ ਗਏ ਸੀ ਪਰ ਸੁਜੈਸ਼ਨਸ ਦੇ ਨਾਲ ਕੁਝ ਨਹੀਂ ਹੋਏਗਾ ਜਦੋਂ ਤੱਕ ਗਰਾਊਂਡ ਤੇ ਜਿਹੜੀ ਹੈ ਕਾਰਵਾਈ ਨਹੀਂ ਕੀਤੀ ਜਾਂਦੀ। ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਕਿ ਟਰੱਕ ਡਰਾਈਵਰ ਤੇ ਕਾਰਵਾਈ ਕਰ ਦਿੱਤੀ ਜਾਂਦੀ ਹੈ, ਉਸ ਤੋਂ ਬਾਅਦ ਉਹਨੂੰ
ਲੋਅਰ ਕੋਰਟ ਤੋਂ ਬੇਲ ਨਹੀਂ ਮਿਲਦੀ ਤਾਂ ਫਿਰ ਉਹ ਹਾਈ ਕੋਰਟ ਦੇ ਵਿੱਚ ਪਹੁੰਚਦੇ ਨੇ, ਉੱਥੇ ਜਾ ਕੇ ਉਹਨਾਂ ਨੂੰ ਬੇਲ ਮਿਲ ਜਾਂਦੀ ਹੈ। ਪਰ ਕੋਰਟ ਨੇ ਵੀ ਇਹੀ ਸਵਾਲ ਖੜੇ ਕੀਤੇ ਸੀਗੇ ਕਿਹਦੀ ਸ਼ਹਿ ਤੇ ਹੋ ਰਿਹਾ ਉਹ ਤਾਂ ਪਤਾ ਕਰੋ, ਤੁਸੀਂ ਕਦੋਂ ਤੱਕ ਇਹ ਡਰਾਈਵਰ ਜਿਹੜੇ ਨੇ ਉਹਨਾਂ ਨੂੰ ਫੜਦੇ ਰਹੋਗੇ, ਤੇ ਉਹ ਵੀ ਤੁਸੀਂ ਉਹਨਾਂ ਤੇ ਪਰਚਾ ਦਰਜ ਕੀਤਾ ਉਸ ਤੋਂ ਬਾਅਦ ਨੋਨ ਅਵੇਲੇਬਲ ਆਫੈਂਸ ਜਿਹੜੇ ਉਹ ਤੁਸੀਂ ਲਗਾਉਂਦੇ ਹੋ ਤਾਂ ਕਿ ਜਲਦ ਤੋਂ ਜਲਦ ਉਹਨਾਂ ਨੂੰ ਜਾਂ ਤਾਂ ਬਾਹਰ ਨਿਕਲ ਜਾਣ, ਜੇ ਅਵੇਲੇਬਲ ਆਫੈਂਸ ਲਗਾਉਂਦੇ ਨੇ ਤਾਂ ਜਲਦ ਤੋਂ ਜਲਦ ਉਹਨਾਂ ਨੂੰ ਬੇਲ ਮਿਲ ਜਾਏ। ਤਾਂ ਉਹਦੇ ਵਿੱਚ ਖਾਮੀਆਂ ਵੀ ਬਹੁਤ ਰਹਿੰਦੀਆਂ ਨੇ। ਜ਼ਿਆਦਾਤਰ ਅਸੀਂ ਦੇਖਿਆ ਹੈ ਕਿ ਜਿਨ੍ਹਾਂ ਤੇ ਪੂਰੀ ਕਾਰਵਾਈ ਹੁੰਦੀ ਵੀ ਹੈ, ਐਂਡ ਤੇ ਆ ਕੇ ਕੋਰਟ ਦੇ ਵਿੱਚ ਉਹਨਾਂ ਨੂੰ ਰਿਲੀਫ ਮਿਲ ਜਾਂਦਾ ਹੈ। ਪਰ ਅਹਿਮ ਇਹੀ ਹੈ ਅੰਮ੍ਰਿਤਾ ਕਿ ਜਿਹੜੇ ਵੱਡੀ ਮਛਲੀਆਂ ਉਹਨਾਂ ਤੇ ਜ਼ਰੂਰ ਜਿਹੜੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਹੈ। ਜੀ ਬਜ਼ਮ, ਤੁਸੀਂ ਇਸ ਚੀਜ਼ ਨੂੰ ਬੜੀ ਬਰੀਕੀ ਦੇ ਨਾਲ ਇਸ ਦੀ ਜਾਂਚ ਵੀ ਕੀਤੀ, ਇਸ ਨੂੰ ਤੁਸੀਂ ਕੁਝ ਸਮਝਿਆ ਵੀ, ਤੇ ਕੁਦਰਤੀ ਸੋਮਿਆਂ ਦੇ ਨਾਲ ਇਸ ਦੌਰਾਨ ਕਾਫੀ ਛੇੜਛਾੜ ਹੋ ਰਹੀ ਹੈ। ਫਿਰ ਚਾਹੇ ਸਾਡੇ ਦਰਿਆਵਾਂ ਦੀ ਗੱਲ ਕਰ ਲਈਏ, ਆਲੇ ਦਾਲੇ ਦੇ ਇਲਾਕਿਆਂ ਦੀ ਗੱਲ ਕਰ ਲਈਏ, ਪਿੰਡ ਵਾਸੀਆਂ ਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਨੇ, तमाम ਵੀ ਚੀਜ਼ਾਂ ਇਸ ਰਿਪੋਰਟ ਰਾਹੀਂ ਅਸੀਂ ਦਰਸ਼ਕਾਂ ਤੱਕ ਪਹੁੰਚਾਈਆਂ। ਕੁਦਰਤੀ ਸੋਮਿਆਂ ਦੇ ਨਾਲ ਜੋ ਛੇੜਛਾੜ ਹੋ ਰਹੀ ਹੈ, ਐਨਜੀਟੀ ਇਸ ਨੂੰ ਲੈ ਕੇ ਕਈ ਵਾਰ ਜੋ ਹੈ ਸਰਕਾਰ ਨੂੰ ਵੀ ਅਲਟੀਮੇਟਮ ਦਿੱਤੇ ਜਾ ਚੁੱਕੇ ਨੇ, ਚੇਤਾਵਨੀਆਂ ਦਿੱਤੀਆਂ ਜਾ ਚੁੱਕੀਆਂ ਨੇ, ਪਰ ਇਸ ਦਾ ਅਸਰ ਕਿਉਂ ਨਹੀਂ ਨਜ਼ਰ ਆਉਂਦਾ? ਅੰਮ੍ਰਿਤਾ, ਇੱਕ ਗੱਲ ਜਿਹੜੀ ਹੈ ਉਹ ਸਾਹਮਣੇ ਆਈ ਜਦ ਅਸੀਂ ਉਹਦੇ ਸਟੋਨ ਕ੍ਰੈਸ਼ਰ ਦਾ ਜਾਂ ਨਾਜਾਇਜ਼ ਮਾਈਨਿੰਗ ਜਿਹੜੀ ਚੱਲ ਰਹੀ ਸੀ, ਉਹਨਾਂ ਦੇ ਮਾਲਿਕ ਜਦ ਆਏ ਉੱਥੇ ਸਰਦਾਰ ਜੀ, ਤਾਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਹ ਸਾਨੂੰ ਕਹਿੰਦੇ ਨੇ ਕਿ ਤੁਸੀਂ ਕੈਮਰਾ ਬੰਦ ਕਰ ਦਿਓ, ਅਸੀਂ ਆਰਾਮ ਨਾਲ ਬੈਠ ਕੇ ਗੱਲ ਕਰਦੇ ਹਾਂ। ਜੀ, ਆਰਾਮ ਨਾਲ ਬੈਠ ਕੇ ਗੱਲ ਕਰਦੇ ਹਾਂ, ਯਾਨੀ ਜਦ ਉੱਥੇ ਪ੍ਰਸ਼ਾਸਨ ਦੇ ਲੋਕ ਜਾਂਦੇ ਹੋਣੇ, ਮਾਈਨਿੰਗ ਵਿਭਾਗ ਦੇ ਜਾਂਦੇ ਹੋਣੇ, ਉਹ ਕੀ ਕਹਿੰਦੇ ਹੋਣੇ ਕਿ ਤੁਸੀਂ ਜਿਹੜਾ ਹੈ ਉਹ ਹਜੇ ਬੰਦ ਕਰ ਦਿਓ, ਅਸੀਂ ਆਰਾਮ ਨਾਲ ਬਹਿ ਕੇ ਗੱਲ ਕਰਦੇ ਹਾਂ। ਹੁਣ ਆਰਾਮ ਨਾਲ ਬਹਿ ਕੇ ਗੱਲ ਕਰਦੇ ਹਾਂ, ਇਹ ਆਮ ਇਨਸਾਨ ਨੂੰ ਵੀ ਸਮਝ ਆਉਂਦੀ ਹੈ ਕਿ ਇਹਦਾ ਮਤਲਬ ਕੀ ਹੈ ਕਿ ਆਰਾਮ ਨਾਲ ਬਹਿ ਕੇ ਗੱਲ ਕਰਦੇ ਆ, ਤੇ ਕਿਤੇ ਨਾ ਕਿਤੇ ਇਸ ਤਰੀਕੇ ਨਾਲ ਜਿਹੜਾ ਹੈ ਉਹ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ। ਮੈਂ ਕਿਹਾ ਅਸੀਂ ਬਹਿ ਕੇ ਗੱਲ ਨਹੀਂ ਕਰਾਂਗੇ, ਅਸੀਂ ਮਾਈਕ ਤੇ ਗੱਲ ਕਰਾਂਗੇ, ਤੁਸੀਂ ਮਾਈਕ ਤੇ ਦੱਸੋ, ਤੁਹਾਡੇ ਕੋਲ ਪੂਰੇ ਕਾਗਜ਼ਾਤ ਨੇ, ਤੁਹਾਡੇ ਕੋਲ ਪੂਰਾ ਲਾਇਸੈਂਸ ਹੈਗਾ, ਇੱਥੇ ਅਥਾਰਟੀ ਹੈਗੀ ਤੁਹਾਨੂੰ ਕਰਨ ਦੀ? ਉਹ ਕਹਿੰਦੇ ਨੇ ਹਾਂਜੀ ਹਾਂ ਸਾਡੇ ਕੋਲ ਹੈਗੀ ਹੈ। ਜੇ ਹੈਗੀ ਹੈ ਤਾਂ ਫਿਰ ਦੱਸੋ, ਦਿਖਾਓ। ਫਿਰ ਉਹ ਭੱਜਦੇ ਨੇ, ਜਦ ਅਸੀਂ ਫਿਰ ਪੁੱਛਦੇ ਹਾਂ ਫਿਰ ਉਹ ਭੱਜਦੇ ਨੇ। ਫਿਰ ਭੱਜਦੇ ਕਿਉਂ ਨੇ? ਜੀ, ਫਿਰ ਕਿਉਂ ਨਹੀਂ ਸਾਹਮਣੇ ਗੱਲ ਰੱਖਦੇ ਜਦ ਪਿੰਡ ਵਾਲੇ ਆਰੋਪ ਤੁਹਾਡੇ ਤੇ ਲਾ ਰਹੇ ਨੇ ਨਾਜਾਇਜ਼ ਮਾਈਨਿੰਗ ਵਾਲਿਆਂ ਤੇ ਕਿ ਇੱਥੇ ਮਾਈਨਿੰਗ ਹੋ ਹੀ ਨਹੀਂ ਸਕਦੀ। ਜਿਹੜੇ ਬਲਾਚੌਰ ਦੇ ਇਲਾਕੇ 'ਚ ਅਸੀਂ ਗਏ ਸੀ, ਉੱਥੇ ਦੇ ਸਰਪੰਚ ਨੇ, ਉੱਥੇ ਦੇ ਜਿਹੜੇ ਲੋਕ ਨੇ, ਉਹਨਾਂ ਨੇ ਸਾਫ਼ ਤੌਰ ਤੇ ਕਹਿਤਾ ਕਿ ਨਾਜਾਇਜ਼ ਮਾਈਨਿੰਗ ਹੀ ਨਹੀਂ ਹੋ ਸਕਦੀ। ਨਾਜਾਇਜ਼ ਮਾਈਨਿੰਗ ਤਾਂ ਦੂਰ ਦੀ ਗੱਲ, ਇਸ ਇਲਾਕੇ 'ਚ ਮਾਈਨਿੰਗ ਹੀ ਅਲਾਉਡ ਨਹੀਂ ਹੈ, ਤਾਂ ਉਹ ਤਾਂ ਨਾਜਾਇਜ਼ ਮਾਈਨਿੰਗ ਕਰ ਰਹੇ ਨੇ, ਉਹ ਕਿਸ ਤਰੀਕੇ ਨਾਲ ਹੋ ਸਕਦੀ ਹੈ? ਉਹ ਕਈ ਵਾਰ ਕੋਸ਼ਿਸ਼ ਵੀ ਕਰ ਚੁੱਕੇ ਨੇ ਉਜਾਗਰ ਕਰਨ ਦੀ, ਫੋਟੋਆਂ ਖਿੱਚਣ ਦੀ, ਪਰ ਕੋਈ ਵੀ ਅਸਰ ਜਿਹੜਾ ਹੈ ਉਹ ਨਹੀਂ ਹੋ ਰਿਹਾ। ਪਿਛਲੇ 3 ਤੋਂ 4 ਸਾਲ ਹੋ ਗਏ ਸੰਘਰਸ਼ ਕਮੇਟੀ ਉੱਥੇ ਦੀ ਕੰਮ ਕਰ ਰਹੀ ਹੈ, ਪਰ ਕੋਈ ਵੱਡਾ ਅਸਰ ਜਿਹੜਾ ਕੋਈ ਖਾਸਾ ਅਸਰ ਨਹੀਂ ਹੋ ਸਕਿਆ। ਤੇ ਦੂਜੀ ਗੱਲ, ਉੱਤਰਲੇ ਪਾਸੇ ਜਿਹੜੇ ਪਾਈਪ ਜਾਂਦੇ ਨੇ, ਕਿਉਂਕਿ ਪਾਣੀ ਦਾ ਰਿਸਾਵ ਵੀ ਹੋਣਾ ਹੁੰਦਾ, ਪਾਣੀ ਜਿਹੜਾ ਹੈ ਉਹ ਖੇਤਾਂ ਨੂੰ ਜਾਣਾ ਹੁੰਦਾ ਹੈ। ਟਿੱਪਰ ਲੰਘਣ ਕਾਰਨ ਉਹਨਾਂ ਨੇ ਆਪ ਦੱਸਿਆ, ਜਿਹੜੇ ਕਿਸਾਨ ਨੇ ਉੱਥੇ ਦੇ, ਕਿ ਉਹ ਸਾਰੇ ਪਾਈਪ ਜਿਹੜੇ ਸਾਰੇ ਸੀਵਰੇਜ ਸਿਸਟਮ ਜਾਂ ਸਾਰਾ ਕੁਝ ਹੈ ਉਹ ਸਾਰਾ ਕੁਝ ਤੋੜ ਚੁੱਕੇ ਨੇ, ਜਿਹਦੇ ਕਰਕੇ ਕਾਫੀ ਨੁਕਸਾਨ ਜਿਹੜਾ ਹੈ ਉਹ ਉਹਨਾਂ ਦੀ ਖੇਤੀ ਨੂੰ ਵੀ ਹੋ ਰਿਹਾ। ਪਰ ਨਾਲ ਦੇ ਨਾਲ ਇੱਕ ਹੋਰ ਚੀਜ਼ ਸਾਹਮਣੇ ਆਈ ਹੈ, ਕਿਉਂਕਿ ਕੰਢੀ ਇਲਾਕਾ ਹੈ, ਕੰਢੀ ਇਲਾਕੇ 'ਚੋਂ ਇਹ ਨਾਜਾਇਜ਼ ਮਾਈਨਿੰਗ ਵਾਲੇ ਕੀ ਕਰਦੇ ਨੇ ਕਿ ਕਿਸਾਨਾਂ ਕੋਲ ਜਾ ਕੇ ਉਹਨਾਂ ਨੂੰ ਕਹਿੰਦੇ ਕਿ ਅਸੀਂ ਤੁਹਾਡੀ ਜ਼ਮੀਨ ਜਿਹੜੀ ਹੈ ਉਹ 'ਤੇ ਮਿੱਟੀ ਪਾ ਦਾਂਗੇ ਤਾਂ ਕਿ ਤੁਸੀਂ ਆਰਾਮ ਨਾਲ ਜਿਹੜੀ ਹੈ ਉਹ ਕਿਸਾਨੀ ਕਰ ਸਕੋ। ਤੇ ਉਸ ਤੋਂ ਬਾਅਦ ਜਿਹੜੇ ਵੀ ਨੈਚੁਰਲ ਰਿਸੋਰਸਿਸ ਨੇ ਉੱਥੋਂ ਕੱਢ ਕੇ ਲੈ ਜਾਂਦੇ ਨੇ, ਜ਼ਮੀਨ ਜਿਹੜੀ ਹੈ ਉਹ ਬਿਲਕੁਲ ਬੰਜਰ ਕਰ ਜਾਂਦੇ ਨੇ, ਖਤਮ ਕਰ ਜਾਂਦੇ ਨੇ। ਉਸ ਤੋਂ ਬਾਅਦ ਜਿਹੜੀ ਗਿੱਲੀ ਮਿੱਟੀ ਹੈ ਜਾਂ ਦੂਸਰੀ ਮਿੱਟੀ ਹੈ ਉਹ ਉੱਥੇ ਪਾ ਕੇ ਚਲੇ ਜਾਂਦੇ ਨੇ। ਇਸ ਤਰੀਕੇ ਦੇ ਜਿਹੜਾ ਨੈਕਸਸ ਉਹ ਵੀ ਬਣ ਰਿਹਾ ਹੈ। ਯਾਨੀ ਪਹਿਲਾਂ ਜਿਹੜੇ ਜਿਸ ਤਰੀਕੇ ਨਾਲ ਅਨੰਦਪੁਰ ਸਾਹਿਬ ਰੋਪੜ 'ਚ ਜਿਹੜਾ ਹੈ ਉਹ ਇਹ ਨੈਕਸਸ ਚੱਲ ਰਿਹਾ ਸੀ, ਉੱਥੇ ਹੁਣ ਨੈਚੁਰਲ ਰਿਸੋਰਸ ਜਿਹੜਾ ਹੈ ਉਹ ਘਟਣਾ ਸ਼ੁਰੂ ਹੋ ਗਿਆ। ਇੰਨੇ ਜ਼ਿਆਦਾ ਪੱਧਰ ਤੇ ਕਈ ਸਾਲਾਂ ਤੋਂ ਜਿਹੜਾ ਹੈ ਉਹ ਚੱਲ ਰਿਹਾ, ਕਿਉਂਕਿ ਸਾਡੇ ਸੰਵਾਦਦਾਤਾ ਹੋਣ ਜਾਂ ਫਿਰ ਹੋਰ ਉੱਥੇ ਦੇ ਆਰਟੀਆਈ ਐਕਟਿਵਿਸਟ ਮਿਸਟਰ ਚੱਡਾ ਹੋਣ ਜਾਂ ਫਿਰ ਜਿਹੜੇ ਲੋਕ ਹੋਣ, ਉਹਨਾਂ ਨੇ ਸਾਫ਼ ਤੌਰ ਤੇ ਕਰਤਾ ਕਿ ਚਾਹੇ ਅਕਾਲੀ ਭਾਜਪਾ ਦੀ ਸਰਕਾਰ ਹੋਏ ਜਾਂ ਕਾਂਗਰਸ ਦੀ ਸਰਕਾਰ ਹੋਏ, ਕੰਮ ਉਸੇ ਤਰੀਕੇ ਨਾਲ ਚੱਲ ਰਿਹਾ ਹੈ। ਯਾਨੀ ਕਿਤੇ ਨਾ ਕਿਤੇ ਜਿਹੜੇ ਪਿੰਡ ਵਾਲੇ ਗੱਲ ਕਰਦੇ ਨੇ ਕਿ ਪੋਲੀਟੀਕਲ ਥਾਪੜੇ ਜਿਹੜੇ ਨੇ ਉਹ ਇਹਨਾਂ ਨੂੰ ਪਾ ਰਹੇ ਨੇ ਪਿੱਛੋਂ, ਉਹ ਇਸ ਕਰਕੇ ਸਾਰਾ ਕੁਝ ਚੱਲ ਰਿਹਾ ਹੈ। ਕਿਉਂ? ਕਿਉਂਕਿ ਪੁਲਿਸ ਜਿਹੜੀ ਹੈ ਉਹ ਹਜੇ ਤੱਕ ਉੱਥੇ ਜਾਂ ਤਾਂ ਪਹੁੰਚ ਨਹੀਂ ਸਕੀ ਜਾਂ ਕਿਆ ਐਕਸ਼ਨ ਜਿਹੜਾ ਹੈ ਉਹ ਨਹੀਂ ਲਿੱਤਾ ਜਾ ਸਕਿਆ, ਮਾਈਨਿੰਗ ਵਿਭਾਗ ਨਹੀਂ ਪਹੁੰਚ ਸਕਿਆ, ਪ੍ਰਸ਼ਾਸਨ ਨਹੀਂ ਪਹੁੰਚ ਸਕਿਆ, ਜਦਕਿ ਪਿੰਡ ਵਾਲੇ ਰੋਲਾ ਪਾ ਕੇ ਉੱਥੇ ਥੱਕ ਗਏ ਕਿ ਸਾਡਾ ਜਿਹੜਾ ਹੈ ਪਿੰਡ ਦਾ ਵੀ ਨੁਕਸਾਨ ਹੋ ਰਿਹਾ, ਸਾਡੀ ਜ਼ਮੀਨ ਦਾ ਵੀ ਨੁਕਸਾਨ ਹੋ ਰਿਹਾ ਤੇ ਨਾਲ ਦੇ ਨਾਲ ਸਾਡੀ ਖੇਤੀ ਦਾ ਵੀ ਨੁਕਸਾਨ ਹੋ ਰਿਹਾ। ਕਿਉਂਕਿ ਜਿਹੜਾ ਪਾਣੀ ਉਧਰਲੇ ਪਾਸੇ ਲੰਘਦਾ ਹੈ, ਛੋਟੀ ਜਿਹੀ ਕਨਾਲ ਬਣਾਈ ਵੀ ਹੈ, ਉਹ ਸਾਰੀ ਤੋੜ ਕੇ ਰੱਖਤੀ ਹੈ ਸਿਰਫ ਇਸ ਕਰਕੇ ਕਿਉਂਕਿ ਉੱਥੋਂ ਟਿੱਪਰ ਜਿਹੜੇ ਨੇ ਉਹ ਨਿਕਲਦੇ ਨੇ ਤੇ ਨਾਲ ਦੇ ਨਾਲ ਸੜਕਾਂ ਦੀ ਜਿਹੜੀ ਹੈ ਉਹ ਵੀ ਬੁਰਾ ਹਾਲ ਜਿਹੜਾ ਹੈ ਉੱਥੇ ਕੀਤਾ ਗਿਆ। ਤੇ ਇਸ ਕਾਰਨ ਜਿਹੜਾ ਹੈ ਉਹ ਪਿੰਡ ਵਾਲੇ ਵੀ ਜਿਹੜੇ ਨੇ ਕਾਫੀ ਖਫਾ ਨੇ ਪਿਛਲੇ ਕਾਫੀ ਸਮੇਂ ਤੋਂ, ਪਰ ਨਾਲ ਦੇ ਨਾਲ ਸਰਕਾਰ ਤੇ ਵੀ ਆਰੋਪ ਲਾ ਰਹੇ ਨੇ ਕਿ ਜੇ ਸਰਕਾਰ ਬਦਲ ਗਈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਿਹਾ ਸੀ ਕਿ ਇਹ ਨਾਜਾਇਜ਼ ਮਾਈਨਿੰਗ ਜਿਹੜੀ ਉਹ ਬੰਦ ਹੋਏਗੀ, ਤਾਂ ਹੁਣ ਜੇ ਅਨੰਦਪੁਰ ਸਾਹਿਬ ਦੀ ਗੱਲ ਕਰੀ, ਰੋਪੜ ਦੀ ਗੱਲ ਕਰੀ, ਉੱਥੇ ਦੱਸਿਆ ਜਾਂਦਾ ਕਿ ਰਾਤ ਨੂੰ ਹੁੰਦੀ ਹੈ, ਇੱਥੇ ਸਰੇਆਮ ਹੁੰਦੀ ਹੈ, ਸਰੇਆਮ ਦਿਨ ਦਹਾੜੇ ਹੁੰਦੀ ਹੈ। ਤਾਂ ਕਿਸ ਤਰੀਕੇ ਨਾਲ ਜਿਹੜਾ ਹੈ ਉਹ ਪੋਲੀਟੀਕਲ ਸ਼ਹਿ ਇਹਨਾਂ ਨੂੰ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ, ਇਹ ਤਾਂ ਸਵਾਲ ਚਲੋ ਬਣਦੇ ਨੇ, ਪਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦੀ ਸ਼ਹਿ ਤੇ ਜਿਹੜਾ ਹੈ ਉਹ ਕੰਮ ਜ਼ਰੂਰ ਚੱਲ ਰਿਹਾ ਹੈ। ਜੀ ਜੀ,
ਬਸ ਜਿੱਥੇ ਮਾਈਨਿੰਗ ਦੀ ਗੱਲ ਆਉਂਦੀ ਹੈ ਤਾਂ ਟਰਾਂਸਪੋਰਟ ਮਾਫੀਏ ਦਾ ਵਾਰ-ਵਾਰ ਜ਼ਿਕਰ ਆਉਂਦਾ ਹੈ। ਟਰਾਂਸਪੋਰਟ ਮਾਫੀਏ ਦੀ ਇਸ ਸੈਂਡ ਮਾਈਨਿੰਗ ਦੇ ਵਿੱਚ ਕਿੰਨੀ ਕੁ ਭੂਮਿਕਾ ਸਮਝੀ ਜਾ ਸਕਦੀ ਹੈ? ਦੇਖੋ ਜਿਹੜੇ ਪਿੰਡ ਵਾਲੇ ਨੇ ਉੱਥੇ ਉਹਨਾਂ ਨੇ ਗੱਲ ਦੱਸੀ ਹੈ ਪੂਰੇ ਤਰੀਕੇ ਨਾਲ ਕਿ ਕਿਸ ਤਰੀਕੇ ਨਾਲ ਜਿਹੜੇ ਉਹ ਸ਼ੇਅਰ ਬਟਿਆ ਹੋਇਆ ਹੈ। ਜੇ ਟਰਾਂਸਪੋਰਟ ਮਾਈਨਿੰਗ ਦੀ ਗੱਲ ਕਰੀਏ, ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਪਹਿਲਾਂ ਤਾਂ ਉੱਥੇ ਖੁਦਾਈ ਹੁੰਦੀ ਹੈ, ਉਸ ਤੋਂ ਬਾਅਦ ਜਿਹੜੇ ਟਿੱਪਰ ਨੇ ਉਹ ਸਾਰੇ ਟਰਾਂਸਪੋਰਟ ਮਾਫੀਆ ਦੇ ਨੇ। ਜੀ ਬਿਲਕੁਲ। ਉੱਥੇ ਟਰਾਂਸਪੋਰਟ ਮਾਫੀਆ ਦੇ ਟਿੱਪਰ ਜਿਹੜੇ ਭਰਦੇ ਨੇ, ਉਸ ਤੋਂ ਬਾਅਦ ਆਪਣੇ ਆਪਣੇ ਇਲਾਕੇ 'ਚ ਜਾਂਦੇ ਨੇ ਜਿੱਥੇ ਵੇਚਣਾ ਹੁੰਦਾ ਹੈ। ਪਰ ਨਾਲ ਦੇ ਨਾਲ ਜੇ ਅਨੰਦਪੁਰ ਸਾਹਿਬ ਰੋਪੜ ਦੀ ਗੱਲ ਕਰੀਏ ਜਾਂ ਫਿਰ ਗੜ੍ਹਸ਼ੰਕਰ ਦੇ ਇਲਾਕੇ ਦੀ ਗੱਲ ਕਰੀਏ, ਉੱਥੇ ਗੁੰਡਾ ਟੈਕਸ ਵੀ ਵਸੂਲਿਆ ਜਾ ਰਿਹਾ ਹੈ ਅੱਜ ਵੀ। ਯਾਨੀ ਉੱਥੇ ਪਰਚੀਆਂ ਅੱਜ ਵੀ ਲਾਈਆਂ ਜਾਂਦੀਆਂ ਕਿ ਉੱਥੇ ਜਿਹੜਾ ਟਿੱਪਰ ਨਿਕਲੇਗਾ ਉਹਨੂੰ ਪੈਸੇ ਦੇ ਕੇ ਜਾਣਾ ਪਏਗਾ। ਇਸ ਤਰੀਕੇ ਦੇ ਜਿਹੜੀ ਹੈ ਉਹ ਗੁੰਡਾ ਟੈਕਸ, ਪਰ ਨਾਲ ਦੇ ਨਾਲ ਟਰਾਂਸਪੋਰਟ ਮਾਫੀਆ, ਕਿਉਂਕਿ ਟਰਾਂਸਪੋਰਟ ਮਾਫੀਆ ਦਾ ਵੀ ਇਸ ਦੇ ਵਿੱਚ ਸ਼ੇਅਰ ਹੈ। ਯਾਨੀ ਜਿਹੜਾ ਵੀ ਨੈਚੁਰਲ ਰਿਸੋਰਸ ਕੱਢਿਆ ਜਾ ਰਿਹਾ ਹੈ ਉਹਦੇ ਵਿੱਚ ਜਿਹੜਾ ਪੱਥਰ ਹੈ, ਮਿੱਟੀ ਹੈ ਜਾਂ ਹੋਰ ਸੈਂਡ ਸਾਰਾ ਕੁਝ ਹੈ, ਉਹਦੇ ਵਿੱਚ ਸ਼ੇਅਰਿੰਗ ਹੋਈ ਜਾਂਦੀ ਹੈ। ਯਾਨੀ ਜਿਹੜਾ ਪਹਿਲਾਂ ਸਟੋਨ ਕ੍ਰਸ਼ਰ ਵਾਲੇ ਨੇ ਉਹਨਾਂ ਦਾ ਸ਼ੇਅਰ ਹੋਏਗਾ ਜਾਂ ਫਿਰ ਉਹਨਾਂ ਦੀ ਆਪਣੀ ਨਜਾਇਜ਼ ਮਾਈਨਿੰਗ ਜਿਹੜੀ ਉਹ ਚੱਲ ਰਹੀ ਹੈ ਉਹਨਾਂ ਦਾ ਆਪਸ 'ਚ ਹੋ ਗਿਆ। ਉਸ ਤੋਂ ਬਾਅਦ ਜਿਹੜਾ ਟਰਾਂਸਪੋਰਟ ਮਾਫੀਆ ਉਹਦਾ ਹੋ ਗਿਆ। ਉਸ ਤੋਂ ਬਾਅਦ ਜਿਹੜੇ ਅੱਗੇ ਗੁੰਡਾ ਟੈਕਸ ਵਾਲੇ ਵਸੂਲਣ ਲਈ ਬੈਠੇ ਨੇ, ਉੱਥੇ ਵੀ ਜਿਹੜਾ ਹੈ ਇਸ ਤਰੀਕੇ ਦੀ ਜਿਹੜੇ ਹੈ ਸ਼ੇਅਰ ਜਿਹੜਾ ਹੈ ਉਹ ਕੀਤਾ ਜਾਂਦਾ। ਯਾਨੀ ਵੱਡਾ ਇੱਕ ਨੈਕਸਸ ਜਿਹੜਾ ਹੈ ਉਹ ਇੱਕ ਕੜੀਆਂ ਦੇਖੋ ਕਿਸ ਤਰੀਕੇ ਨਾਲ ਜੁੜਦੀਆਂ ਨੇ, ਉਹ ਜੁੜਦੀਆਂ ਨੇ। ਤੇ ਇਹਦੇ ਪਿੱਛੇ ਕੌਣ ਹੈ, ਇਹਦੇ ਪਿੱਛੇ ਪ੍ਰਸ਼ਾਸਨ ਕਿਉਂ ਚੁੱਪੀ ਸਾਧ ਕੇ ਬੈਠਾ ਹੈ, ਇਹਦੇ ਪਿੱਛੇ ਕਿਉਂ ਸਰਕਾਰ ਹਜੇ ਤੱਕ ਕੁਝ ਨਹੀਂ ਕਰ ਪਾਈ? ਜਦ ਐਨਜੀਟੀ ਦੇ ਯਾਨੀ ਕੋਰਟ ਦੇ ਆਰਡਰਸ ਦੀ ਉਲੰਘਣਾ ਕਰ ਦਿੱਤੀ ਜਾਂਦੀ ਹੈ ਤਾਂ ਇੱਥੇ ਤੁਸੀਂ ਸੋਚੋ ਆਮ ਇਨਸਾਨ ਜੇ ਸਵਾਲ ਚੱਕਦਾ ਤਾਂ ਉਹਦਾ ਕੀ ਹਾਲ ਹੁੰਦਾ ਹੋਣਾ। ਜੀ ਜੀ ਨਿਤਿਕਾ, ਵਿਰੋਧੀ ਧਿਰਾਂ ਦੀ ਗੱਲ ਕਰੀਏ ਤਾਂ ਵਾਰ-ਵਾਰ ਮਾਈਨਿੰਗ ਪਾਲਿਸੀ ਦੀ ਗੱਲ ਆਉਂਦੀ ਹੈ, ਬਾਰ-ਬਾਰ ਮਾਈਨਿੰਗ ਕਾਰਪੋਰੇਸ਼ਨ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਨੇ ਕਿ ਆਖਿਰ ਇਹ ਕਾਰਪੋਰੇਸ਼ਨ ਕਿਉਂ ਨਹੀਂ ਬਣਾ ਦਿੱਤਾ ਜਾਂਦਾ, ਜਦਕਿ ਹੋਰਨਾਂ ਸੂਬਿਆਂ ਦੇ ਵਿੱਚ ਇਸੇ ਕਾਰਪੋਰੇਸ਼ਨ ਰਾਹੀਂ ਜੋ ਸੈਂਡ ਮਾਈਨਿੰਗ ਹੋ ਰਹੀ ਹੈ ਉਸ ਦੇ ਰਾਹੀਂ ਸੂਬੇ ਕਿੰਨੇ ਕਰੋੜਾਂ ਰੁਪਏ ਕਮਾ ਰਹੇ ਨੇ ਤੇ ਉਹਨਾਂ ਦੇ ਮਾਲੀਏ ਨੂੰ ਵੀ ਸੁਧਾਰ ਉਸ ਦੇ ਰਾਹੀਂ ਮਿਲ ਰਿਹਾ ਹੈ। ਤਾਂ ਅਜਿਹਾ ਪੰਜਾਬ ਦੇ ਵਿੱਚ ਪੋਸੀਬਲ ਕਿਉਂ ਨਹੀਂ ਜਾਪਦਾ? ਕਿਉਂ ਸਰਕਾਰਾਂ ਅਜੇ ਇਸ ਦੇ ਦਿਸ਼ਾ ਦੇ ਵਿੱਚ ਕੰਮ ਨਹੀਂ ਕਰਦੀਆਂ? ਇੱਥੋਂ ਤੱਕ ਕਿ ਟਰਾਂਸਪੋਰਟ ਮਾਫੀਆ ਤੇ ਠੱਲ ਪਾਉਣ ਦੇ ਲਈ ਟਰੈਕਿੰਗ ਡਿਵਾਈਸਿਸ ਦੀ ਬਾਰ-ਬਾਰ ਗੱਲ ਆਉਂਦੀ ਹੈ ਕਿ ਉਹ ਟਰੱਕਸ ਜੋ ਮਾਈਨਿੰਗ ਲਈ ਯੂਜ਼ ਹੋਣ, ਟਰੈਕਿੰਗ ਡਿਵਾਈਸਿਸ ਲਗਾਈਆਂ ਜਾਣ, ਕਿੱਥੋਂ ਕਿੱਥੇ ਤੱਕ ਉਹ ਟਰੱਕ ਜਾ ਰਹੇ ਨੇ। तमाम ਚੀਜ਼ਾਂ ਨੇ ਜੋ ਵਾਰ-ਵਾਰ ਇਸ ਦਾ ਜ਼ਿਕਰ ਆਉਂਦਾ ਹੈ, ਵਿਰੋਧੀਆਂ ਵੱਲੋਂ ਸਵਾਲ ਚੁੱਕੇ ਜਾਂਦੇ ਨੇ। ਸਰਕਾਰ ਦੇ ਲਈ ਕਿਉਂ ਮੁਸ਼ਕਿਲ ਹੈ? ਕੀ ਇਸ ਦੇ ਕਾਨੂੰਨੀ ਦਾਅਪੇਚ ਨੇ? अमृता, सरकार तो ਇਹ ਸਵਾਲ ਜ਼ਰੂਰ ਬਣਦਾ ਹੈ, ਅਸੀਂ ਕਈ ਵਾਰ ਪੁੱਛਿਆ ਵੀ ਹੈ, ਪਰ ਸਰਕਾਰ ਤੁਸੀਂ ਖੁਦ ਸੋਚੋ ਕਿ ਇਸ ਮੁੱਦੇ ਨੂੰ ਲੈ ਕੇ ਕਿੰਨੀ ਸੀਰੀਅਸ ਹੈ ਕਿ ਸਰਕਾਰ ਨੇ ਟੀਚਰਸ ਦੀ ਡਿਊਟੀ ਲਗਾ ਦਿੱਤੀ ਕਿ ਜਿੱਥੇ ਜਿੱਥੇ ਮਾਈਨਿੰਗ ਹੋ ਰਹੀ ਹੈ, ਇਲੀਗਲ ਮਾਈਨਿੰਗ ਹੋ ਰਹੀ ਹੈ, ਤੁਸੀਂ ਜਾ ਕੇ ਚੈੱਕ ਕਰੋ। ਅਮ੍ਰਿਤਾ, ਖੁਦ ਤੋਂ ਹੀ ਸਭ ਤੋਂ ਪਹਿਲਾਂ ਇਸ ਗੱਲ ਤੇ ਹੀ ਹਾਸਾ ਆਉਂਦਾ ਹੈ ਟੀਚਰਸ ਜਿਸ ਦੇ ਕਾਰਨ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ ਸੀ। ਖੁਦ ਸੋਚੋ, ਮਾਈਨਿੰਗ ਆਫੀਸਰਸ ਕਹਿੰਦੇ ਨੇ ਕਿ ਸਾਨੂੰ ਜਿਹੜੇ ਉੱਥੇ ਥਾਂ ਤੇ ਜਾ ਕੇ ਜਿੱਥੇ ਜਿੱਥੇ ਇਲੀਗਲ ਮਾਈਨਿੰਗ ਹੁੰਦੀ ਹੈ ਜੇ ਅਸੀਂ ਉੱਥੇ ਕੋਈ ਕਾਰਵਾਈ ਕਰਦੇ ਹਾਂ ਤਾਂ ਸਾਡੇ ਤੇ ਅਟੈਕ ਕੀਤੇ ਜਾਂਦੇ ਨੇ। ਉਹ ਖੁਦ ਡਰਦੇ ਨੇ ਤੇ ਉਹਨਾਂ ਦੀ ਥਾਂ ਉਹਨਾਂ ਦੇ ਨਾਲ ਪੁਲਿਸ ਭੇਜਣ ਦੀ ਬਜਾਏ ਬਲਕਿ ਟੀਚਰਸ ਦੀ ਡਿਊਟੀ ਲਗਾ ਦਿੱਤੀ ਜਾਂਦੀ ਹੈ। ਇਸ ਤੋਂ ਪਤਾ ਚੱਲ ਜਾਂਦਾ ਹੈ ਕਿ ਸਰਕਾਰ ਕਿੰਨੀ ਸੀਰੀਅਸ ਹੈ ਇਲੀਗਲ ਮਾਈਨਿੰਗ ਨੂੰ ਰੋਕਣ ਵਾਸਤੇ। ਇਹਦੇ ਨਾਲ ਹੀ ਤੁਸੀਂ ਕਿਹਾ ਕਿ ਹੁਣ ਤੱਕ ਕੋਈ ਕਾਰਵਾਈ ਜਾਂ ਫਿਰ ਕੋਈ ਪਾਲਿਸੀਜ਼ ਜਿਹੜੀਆਂ ਇਹਨਾਂ ਵੱਲੋਂ ਕਿਉਂ ਨਹੀਂ ਬਣਾਈਆਂ ਜਾਂਦੀਆਂ, ਨਾ ਹੀ ਕੋਈ ਕੋਆਪਰੇਸ਼ਨ ਜਿਹੜੀ ਹੈ ਉਹ ਕਿਉਂ ਨਹੀਂ ਬਣਾਈ ਜਾਂਦੀ। ਤੁਹਾਨੂੰ ਦੱਸ ਦਈਏ ਕਿ ਬਾਰ-ਬਾਰ ਇਹ ਸਵਾਲ ਉੱਠਦੇ ਨੇ ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਰੋਕ ਰਹੇ ਹਾਂ, ਅਸੀਂ ਅੰਨੇ ਜਾਣਿਆਂ ਤੇ FIR ਦਰਜ ਕਰ ਲਈ। ਕੋਰਟ ਕਿਉਂ ਕਹਿ ਰਿਹਾ, ਇਹੀ ਗੱਲ ਕੋਰਟ ਕਹਿ ਰਿਹਾ ਹੈ ਕਿ ਤੁਸੀਂ ਕਾਰਵਾਈ ਭਾਵੇਂ ਕਿੰਨੀਆਂ ਵੀ ਕਰੀ ਜਾਓ, ਜਦੋਂ ਤੁਸੀਂ ਨਸ਼ੇ ਨਹੀਂ ਰੋਕ ਸਕੇ ਉਸੇ ਤਰ੍ਹਾਂ ਤੁਸੀਂ ਇਲੀਗਲ ਮਾਈਨਿੰਗ ਨਹੀਂ ਰੋਕ ਸਕੇ। ਇੱਕ ਬਹੁਤ ਵੱਡਾ ਬਿਆਨ ਜਿਹੜਾ ਹੈ ਅਮ੍ਰਿਤਾ ਕੋਰਟ ਵੱਲੋਂ ਪਹਿਲਾਂ ਵੀ ਦਿੱਤਾ ਗਿਆ ਹੈ, ਪਰ ਹੁਣ ਸਰਕਾਰ ਨੂੰ ਸੋਚਣ ਦੀ ਜ਼ਰੂਰਤ ਹੈ ਕਿਉਂਕਿ ਲੋਕ ਜਿਹੜੇ ਨੇ ਉਹ ਬਾਹਰ ਆ ਰਹੇ ਨੇ, ਉਹ ਸਵਾਲ ਉਠਾ ਰਹੇ ਨੇ। ਸਭ ਤੋਂ ਵੱਧ ਜੇ ਨੁਕਸਾਨ ਕਿਸੇ ਦਾ ਹੋ ਰਿਹਾ ਹੈ ਨਾ ਅਮ੍ਰਿਤਾ, ਇਹਦੇ ਵਿੱਚ ਆਮ ਲੋਕਾਂ ਨੂੰ ਤਾਂ ਜ਼ਰੂਰ ਨੁਕਸਾਨ ਹੋ ਰਿਹਾ ਕਿਉਂਕਿ ਇਹਦੇ ਨਾਲ ਸਾਡਾ ਜਿਹੜਾ এনवायरमेंट ਹੈ ਉਸ ਨੂੰ ਜ਼ਰੂਰ ਇਫੈਕਟ ਪੈ ਰਿਹਾ ਹੈ, ਨਾਲ ਹੀ ਜਿਹੜੇ ਸਾਡੇ ਕੋਲ ਨੈਚੁਰਲ ਰਿਸੋਰਸਿਸ ਨੇ ਉਹ ਖਰਾਬ ਹੋ ਰਹੇ ਨੇ। ਪਰ ਕਿਸਾਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਕਿਉਂਕਿ ਹੁਣ ਜਿਹੜੇ ਕਿਸਾਨ ਨੇ ਕੋਰਟ ਵੱਲ ਜਿਨ੍ਹਾਂ ਨੇ ਰੁਕ ਕੀਤਾ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਜਿਸ ਤੇ ਉਹ ਖੇਤੀ ਕਰਦੇ ਨੇ ਉਹ ਧੱਸਣ ਲੱਗ ਗਈਆਂ ਕਿਉਂਕਿ ਨੀਚੋਂ ਜਿਹੜੇ ਹੈ ਨੈਚੁਰਲ ਰਿਸੋਰਸਿਸ ਕੱਢ ਲਏ ਗਏ, ਨਾਲ ਹੀ ਰੇਤਾ ਜਿਹੜਾ ਹੈ ਕੱਢ ਲਿਆ ਗਿਆ ਹੈ। ਹਾਲੇ ਵੀ ਮੈਨੂੰ ਯਾਦ ਹੈ 2 ਜਾਂ 3 ਸਾਲ ਹੋ ਗਏ ਇੱਕ ਕਿਸਾਨ ਲੁਧਿਆਣੇ ਦੇ ਹਾਈ ਕੋਰਟ ਦੇ ਵਿੱਚ ਹਰ ਵਾਰ ਆਪਣੀ ਸੁਣਵਾਈ ਦੇ ਦੌਰਾਨ ਆਉਂਦੇ ਨੇ 16 ਗੱਜ ਉਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਧੱਸ ਚੁੱਕੀ ਹੈ ਸਿਰਫ ਇਸ ਇਲੀਗਲ ਮਾਈਨਿੰਗ ਦੇ ਕਾਰਨ। ਪਰ ਜ਼ਰੂਰ ਅੱਜ ਦੀ ਸੁਣਵਾਈ ਤੇ ਦੇਖਣਾ ਹੋਵੇਗਾ ਕਿ ਉਸ ਤੋਂ ਬਾਅਦ ਕੋਰਟ ਦਾ ਕੀ ਐਕਸ਼ਨ ਹੁੰਦਾ ਹੈ ਕਿਉਂਕਿ ਲਗਾਤਾਰ ਇਲੀਗਲ ਮਾਈਨਿੰਗ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸੁਣਵਾਈਆਂ ਦਾ ਦੌਰ ਜਿਹੜਾ ਹੈ ਉਹ ਜਾਰੀ ਹੈ। ਸਿਰਫ PIL ਨਹੀਂ ਬਲਕਿ ਰਿਟ ਪਟੀਸ਼ਨ ਵੀ ਕਾਫੀ ਜ਼ਿਆਦਾ ਜਿਹੜੀਆਂ ਨੇ ਉਹ ਪੈਂਡਿੰਗ ਕੋਰਟ ਦੇ ਵਿੱਚ ਪਈਆਂ ਨੇ। ਜੀ ਬਿਲਕੁਲ, ਸਵਾਲ ਬਹੁਤ ਨੇ, ਸਰਕਾਰ ਅੱਗੇ ਸੰਸੇ ਬਹੁਤ ਨੇ, ਇਹਨਾਂ ਨੂੰ ਛੇਤੀ ਤੋਂ ਛੇਤੀ ਕਲੀਅਰ ਕਰਨ ਦੀ ਜ਼ਰੂਰਤ ਹੈ। ਬਹੁਤ ਬਹੁਤ ਸ਼ੁਕਰੀਆ ਇਸ तमाम ਜਾਣਕਾਰੀ ਦੇ ਲਈ ਬਸਮਤ ਨਿਤਿਕਾ ਤੁਹਾਡਾ।
ਸੋ ਸਵਾਲਾਂ ਦੇ ਵਿੱਚ ਸਿਸਟਮ ਤੇ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਸਰਕਾਰ ਨੂੰ ਕਾਫੀ ਲਾਜ਼ਮੀ ਨੇ। ਸਮਾਂ ਬਹੁਤ ਥੋੜਾ ਇਸ ਵੇਲੇ ਸਰਕਾਰ ਕੋਲ ਬਚ ਗਏ। ਕੀ ਜਨਤਾ ਨੂੰ ਇਹਨਾਂ ਸਵਾਲਾਂ ਦੇ ਜਵਾਬ ਮਿਲ ਸਕਣਗੇ, ਇਹ ਜਾਂਚ ਦਾ ਵਿਸ਼ਾ ਹੈ। ਬਹਰਾਲ ਇਸ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ। ਤੁਸੀਂ ਬਣੇ ਰਹੋ ਜ਼ੀ ਮੀਡੀਆ ਦੇ ਨਾਲ ਹੋਰ ਤਾਜ਼ਾ ਤਰੀਨ ਖਬਰਾਂ ਦੇ ਲਈ। ਸਤਿ ਸ਼੍ਰੀ ਅਕਾਲ।